केंद्र की मोदी सरकार ने जिहड़ा ये फैसला लिया है कि किसानों नूं सीधी लैगी जानी आड़तीए उस सिस्टम चों बाहर किन्ना हाँ क जी। पंजाब च पॉसीबल है, किवें देखदे हो पंजाब की लीडरशिप के तौर पर इस फैसले नूं किसानों की जेब च सीधी लैगी कणक की फसल की आपां जदों गल करते हैं। ਕੇਂਦਰ ਸਰਕਾਰ ਨੂੰ ਕਿਹਾ ਹੈਗਾ ਕਿ ਇੱਕ ਜਾਂ ਦੋ ਸੀਜ਼ਨ ਲਈ ਸਾਨੂੰ ਪਾਇਲਟ ਪ੍ਰੋਜੈਕਟ ਚਲਾਉਣਾ ਚਾਹੀਦਾ। ਸਾਨੂੰ ਸਮਝ ਆ ਜਾਏਗੀ ਆੜਤੀਏ ਦੇ ਵੀ ਪੈਸੇ ਕਿਸਾਨਾਂ ਨਾਲ ਚੱਲੇ ਹੋਏ ਆ, ਉਹਦਾ ਵੀ ਨੁਕਸਾਨ ਨਹੀਂ ਹੋਏਗਾ। ਦੇਖੋ ਜੇ ਤੁਸੀਂ ਆੜਤੀਆ ਵਿਹਲਾ ਕਰ ਦਿਓਗੇ ਤੇ ਉਹਦੇ ਨਾਲ ਹਜ਼ਾਰਾਂ ਲੋਕ ਰੁਜ਼ਗਾਰ ਤੇ ਲੱਗੇ ਹੋਏ, ਉਹਦਾ ਸਾਰਾ ਸਿਸਟਮ ਅਪਸੈਟ ਹੋ ਜਾਏਗਾ, ਸਾਰੇ ਬੇਰੁਜ਼ਗਾਰ ਹੋ ਜਾਣਗੇ, ਉਹ ਵੀ ਵਿਚਾਰੇ ਕਿਤੇ ਗਾਂ ਹੋਰ ਧੰਦਾ ਲੱਭਣਗੇ। ਬੀਬੀ ਸੁਖਨਾ ਸਵਰਾਜ ਵਿਰੋਧੀ ਧਿਰ ਦੇ ਆਗੂ ਹੁੰਦੇ ਸੀ, ਉਹਨਾਂ ਨੇ ਆਪ ਉਸ ਵੇਲੇ ਕਿਹਾ ਕਿ ਇਹ ਜਿਹੜੇ ਆੜਤੀਏ ਨੇ ਇਹ ਕਿਸਾਨਾਂ ਦਾ ATM ਨੇ। ਕਿਸੇ ਸਿਸਟਮ 'ਚ ਅੱਛਾਈ ਜ਼ਿਆਦਾ ਹੁੰਦੀ ਹੈ, ਬੁਰਾਈ ਘੱਟ ਹੁੰਦੀ ਹੈ, ਕਿਸੇ 'ਚ ਬੁਰਾਈ ਜ਼ਿਆਦਾ ਹੁੰਦੀ ਹੈ, ਅੱਛਾਈ ਘੱਟ ਹੁੰਦੀ ਹੈ। ਤੁਸੀਂ ਇਹ ਕਿਹਾ ਹੈਗਾ ਕਿ ਉਹ ਆਪਾਂ ਨੂੰ ਪਤਾ ਚੱਲ ਜਾਏਗਾ। ਕੁਝ ਸਿੱਖ ਕੇ ਕੋਈ ਕੇਂਦਰ ਸਰਕਾਰ ਨੂੰ ਕੁਝ ਫੈਸਲਾ ਲੈਣਾ ਚਾਹੀਦਾ ਸੀ। ਇਹ ਇੱਕਦਮ ਮੈਨੂੰ ਸਮਝ ਨਹੀਂ ਆ ਰਹੀ ਵੀ ਕੇਂਦਰ ਸਰਕਾਰ ਕਰ ਕੀ ਰਹੀ ਹੈ ਪੰਜਾਬ ਵਾਸਤੇ। ਬਿਜਲੀ ਬੋਰਡਾਂ ਦਾ ਢਾਂਚਾ ਤੋੜ ਕੇ ਕਹਿੰਦੇ ਜੀ ਕੰਪਨੀਆਂ ਬਣਾਉਣੀਆਂ ਨੇ 3-4, ਉਹਦੇ ਬਾਰੇ ਦੱਸ ਦੇਣ ਕਿ ਕਿਹੜਾ ਸੁਧਾਰ ਆ ਗਿਆ ਬਿਜਲੀ ਬੋਰਡਾਂ ਦੇ ਵਿੱਚ, ਕਿਹੜੀ ਕਾਇਆ ਕਲਪ ਹੋ ਗਈ ਬਿਜਲੀ ਬੋਰਡਾਂ ਦੀ। ਲਗਾਤਾਰ ਉਹਦੇ ਵਿੱਚ ਨਿਘਾਰ ਆਇਆ, ਅੱਜ ਵੀ ਲੋਕਾਂ ਨੂੰ ਮਹਿੰਗੀ ਬਿਜਲੀ ਹੈ ਜਿਹੜੀ ਉਹ ਪ੍ਰਾਪਤ ਹੋ ਰਹੀ ਹੈ। ਕੀ ਤੁਹਾਨੂੰ ਲੱਗਦਾ ਕਿ ਆੜਤੀਆਂ ਤੋਂ ਬਗੈਰ ਜੇ ਆੜਤੀਆਂ ਨੂੰ ਪਾਸੇ ਕਰ ਦਿੰਦੇ ਆ ਤਾਂ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਸਿਸਟਮ ਹੈ ਉਹ ਚਾਲੂ ਰਹਿ ਸਕਦਾ ਹੈ ਜਿਸ ਤਰੀਕੇ ਨਾਲ ਉਹਨਾਂ ਦੇ ਸੰਬੰਧ ਹੈ? ਪੰਜਾਬ ਦੇ BJP ਲੀਡਰਾਂ ਨੂੰ ਬਿਲਕੁਲ ਦਰਕਿਨਾਰ ਕਰ ਦਿੱਤਾ ਕੇਂਦਰ 'ਚ RSS ਨੇ ਤੇ ਭਾਰਤੀ ਜਨਤਾ ਪਾਰਟੀ ਨੇ। ਇਹਨਾਂ ਨੂੰ ਛੱਡ ਦਿੱਤਾ ਇੱਥੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣ ਵਾਸਤੇ। ਇੱਥੇ ਅਸੀਂ ਰਾਤ ਨੂੰ ਜੇ ਨੋਟਬੰਦੀ ਕੀਤੀ ਤਾਂ ਰਾਤੇ ਰਾਤ ਕਰ ਦਿੱਤੀ। ਕਦੇ ਦੱਸੋ ਕਿ ਇਸ ਗੱਲ ਦੇ ਉੱਤੇ ਚਾਨਣਾ ਪਾਇਆ ਕਿ ਦੇਸ਼ ਦੇ ਵਿੱਚ ਜਿਹੜੀ ਭੁੱਖਮਰੀ ਸੀ 2014 ਦਾ ਅੰਕੜਾ ਕਹਿੰਦਾ ਕਿ 52ਵੇਂ ਨੰਬਰ ਤੇ ਸੀ ਹਿੰਦੁਸਤਾਨ, ਅੱਜ ਉਹ 104ਵੇਂ ਨੰਬਰ ਤੇ ਚਲਿਆ ਗਿਆ। ਅਸੀਂ ਦੇਸ਼ ਨੂੰ ਕਿਹੜੇ ਪਾਸੇ ਨੂੰ ਲੈ ਕੇ ਚੱਲਿਆ ਜੀ? ਨਾ ਆੜਤੀਆਂ ਦੇ ਮੈਂ ਕੋਈ ਖਿਲਾਫ ਨਹੀਂ ਹੈਗਾ ਤੇ ਨਾ ਹੀ ਕਿਸਾਨ ਦੇ ਅਸੀਂ ਖਿਲਾਫ ਹਾਂ ਤੇ ਸਾਡੀ ਸਰਕਾਰ ਵੀ ਉਹਨਾਂ ਬਾਰੇ ਸੋਚਦੀ ਹੈ, ਪਰ ਕਈ ਵਾਰ ਕੀ ਹੁੰਦਾ ਕਿ ਇਹ ਜਿਹੜੀ ਗਲਤੀ ਜਿਹੜੀ ਰੱਖਣੀ ਸੀ ਉਹ ਪੰਜਾਬ ਸਰਕਾਰ ਨੇ ਸਮੇਂ ਸਿਰ ਨਹੀਂ ਰੱਖੀ। GDP ਘਟਦੀ ਜਾ ਰਹੀ ਹੈ। GST ਵੇਲੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਇੱਕ ਦੇਸ਼ ਇੱਕ ਕਰ, ਕਿ ਜੇ ਫਿਰ ਇਹ ਹੈਗਾ ਤਾਂ ਫਿਰ ਡੀਜ਼ਲ ਪੈਟਰੋਲ ਨੂੰ ਵੀ ਲਿਆਓ GST ਦੇ ਅਧੀਨ। ਉਹ 140% ਤੇ ਕਿਉਂ ਕੀਤਾ ਹੋਇਆ ਹੈ? ਇਹ 3 ਖੇਤੀ ਕਾਨੂੰਨ ਭਾਵੇਂ ਇਹ ਆੜਤੀਆਂ ਵਾਲਾ ਲਿਆਂਦਾ ਗਿਆ, ਜਿਵੇਂ ਗਰੇਵਾਲ ਸਾਹਿਬ ਨੇ ਪਹਿਲਾਂ ਗੱਲ ਕੀਤੀ ਆ ਕਿ ਐਸੀ ਗੱਲ ਨਹੀਂ, ਸਾਡੀ ਗੱਲ ਸੁਣਦੇ ਆ, ਅਸੀਂ ਕਰਦੇ ਆ, ਤੇ ਫਿਰ ਇਹਨੂੰ ਰੁਕਵਾ ਲਓ। ਨਜ਼ੀਰੇ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਅਤੇ ਕਿਸਾਨੀ ਮੁੱਦਿਆਂ ਦੇ ਜਿਹੜੇ ਉੱਪਰੋਂ ਥੱਲੇ ਫੈਸਲੇ ਲਏ ਜਾ ਰਹੇ ਹੈ, ਉਹਦੇ ਨਾਲ ਪੰਜਾਬ ਦੀ ਜਿਹੜੀ ਭਾਜਪਾ ਦੀ ਲੀਡਰਸ਼ਿਪ ਹੈ ਉਹਨੂੰ ਕਈ ਵਾਰੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਿਸਾਲ ਵਜੋਂ ਜੇਕਰ ਸਥਿਤੀ ਇਹ ਹੋਵੇ ਕਿ ਕਿਸਾਨਾਂ ਨੂੰ ਸਿੱਧੀ ਅਦਾਇਗੀ ਦੀ ਗੱਲ ਹੈ, ਆੜ੍ਹਤੀਏ ਜਿਹਨਾਂ ਵਿਚੋਲੀਏ ਵੀ ਕਿਹਾ ਗਿਆ ਬਾਹਰ ਕੱਢ ਦਿੱਤੇ ਗਏ ਹੈ, ਪੰਜਾਬ ਦੀ ਭਾਜਪਾ ਲੀਡਰਸ਼ਿਪ ਨੂੰ ਸ਼ਾਇਦ ਇਹ ਪਸੰਦ ਨਹੀਂ ਹੋਏਗਾ। ਇਸੇ ਤਰੀਕੇ ਨਾਲ ਇੱਕ ਦੂਜਾ ਮੁੱਦਾ ਹੈ, ਕੇਂਦਰ ਵੱਲੋਂ ਇਹਨਾਂ ਹੀ ਦਿਨਾਂ 'ਚ ਪੰਜਾਬ ਨੂੰ ਕੇਂਦਰ ਸਰਕਾਰ ਵੱਲੋਂ ਚਿੱਠੀ ਲਿਖੀ ਗਈ ਕਿ ਪੰਜਾਬ 'ਚ ਬੰਧੂਆ ਮਜ਼ਦੂਰਾਂ ਦਾ ਬਹੁਤ ਵੱਡਾ ਮਸਲਾ ਹੈ। ਹੁਣ ਜਿਹੜਾ ਮਾਨਵਤਾ ਦੇ ਪ੍ਰੇਮੀ ਵਜੋਂ, ਮਾਨਵਤਾ ਦੇ ਸੇਵਾ ਵਜੋਂ ਜਾਣਿਆ ਜਾਂਦਾ ਪੰਜਾਬ ਸੀ, ਹੁਣ ਉਹਦੇ ਤੇ ਦੋਸ਼ ਵੀ ਲੱਗ ਰਿਹਾ ਹੈ ਕਿ ਬੰਧੂਆ ਮਜ਼ਦੂਰ ਪੰਜਾਬ ਦੇ 'ਚ ਰੱਖੇ ਜਾ ਰਹੇ ਹੈ। ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਲੰਬੇ ਸਮੇਂ ਗੱਠਜੋੜ 'ਚ ਇੱਕ ਦੂਜੇ ਨਾਲ ਸਾਥੀ ਰਹੇ। ਅਕਾਲੀ ਦਲ ਵੱਲੋਂ ਹੁਣ ਆਪਣੀਆਂ ਮੀਟਿੰਗਾਂ ਤੇ ਰੈਲੀਆਂ 'ਚ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਤੇ ਕੈਪਟਨ ਅਮਰਿੰਦਰ ਕਿਸਾਨੀ ਮੁੱਦਿਆਂ ਤੇ ਵੀ ਦੋਸਤਾਨਾ ਮੈਚ ਖੇਡ ਰਹੇ ਹੈ। ਖੈਰ ਨਜ਼ਰੀਆ ਆਪੋ ਆਪਣਾ ਹੋ ਸਕਦਾ ਹੈ। ਇਹਨਾਂ ਮੁੱਦਿਆਂ ਤੇ ਮੇਰੇ ਨਾਲ ਪੈਨਲ ਚਰਚਾ ਜਿਹੜੇ ਸਾਡੇ ਖਾਸ ਮਹਿਮਾਨ ਇਸ ਵੇਲੇ ਜੁੜੇ ਹੋਏ ਹੈ, ਪਵਨ ਕੁਮਾਰ ਟੀਨੂ ਜੀ ਨੇ, ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਨੇ, ਸੀਨੀਅਰ ਨੇਤਾ ਨੇ, ਅਜੀਤ ਸਿੰਘ ਗਰੇਵਾਲ ਭਾਜਪਾ ਦੇ ਬੁਲਾਰੇ ਨੇ, ਸੀਨੀਅਰ ਆਗੂ ਨੇ, ਜਸਪਾਲ ਸਿੰਘ ਢਿੱਲੋਂ
ਲੰਬੇ ਸਮੇਂ ਤੋਂ ਪੰਜਾਬ ਦੀ ਰਾਜਨੀਤੀ ਦੇ ਵੱਖ-ਵੱਖ ਮੁੱਦਿਆਂ ਤੇ ਕਵਰੇਜ ਕਰ ਰਹੇ ਸੀਨੀਅਰ ਜਰਨਲਿਸਟ ਤਿੰਨੇ ਮਹਿਮਾਨਾਂ ਨੂੰ ਮੈਂ ਤੁਹਾਡੇ ਸਾਰਿਆਂ ਵੱਲੋਂ ਪੈਨਲ ਤੇ ਆਉਣ ਲਈ ਜੀ ਆਇਆਂ ਕਹਿੰਦਾ, ਵੈਲਕਮ ਕਰਦਾ ਹਾਂ। ਗਰੇਵਾਲ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ ਹਾਂ। ਹਾਂਜੀ, ਕੇਂਦਰ ਦੀ ਮੋਦੀ ਸਰਕਾਰ ਨੇ ਜਿਹੜਾ ਇਹ ਫੈਸਲਾ ਲਿਆ ਹੈ ਕਿ ਕਿਸਾਨਾਂ ਨੂੰ ਸਿੱਧੀ ਅਦਾਇਗੀ ਜਾਣੀ ਆੜਤੀਏ ਉਸ ਸਿਸਟਮ ਤੋਂ ਬਾਹਰ, ਕਿੰਨਾ ਕੁ ਹਾਂਜੀ। ਪੰਜਾਬ 'ਚ ਪੋਸੀਬਲ ਹੈ? ਕਿਵੇਂ ਦੇਖਦੇ ਹੋ ਪੰਜਾਬ ਦੀ ਲੀਡਰਸ਼ਿਪ ਦੇ ਤੌਰ ਤੇ ਇਸ ਫੈਸਲੇ ਨੂੰ? ਕਿਸਾਨਾਂ ਦੀ ਜੇਬ 'ਚ ਸਿੱਧੀ ਅਦਾਇਗੀ ਕਣਕ ਦੀ ਫਸਲ ਦੀ ਆਪਾਂ ਜਦੋਂ ਗੱਲ ਕਰਦੇ ਹਾਂ, ਦੇਖੋ ਜਗਤਾਰ ਜੀ, ਸਿੱਧੀ ਅਦਾਇਗੀ ਨਾਲ ਇੱਕ ਤਾਂ ਟਰਾਂਸਪੇਰੈਂਸੀ ਵਧੇਗੀ ਔਰ ਜੋ ਸਰਕਾਰੀ ਅਧਿਕਾਰੀ, ਵਪਾਰੀ ਤੇ ਪੋਲੀਟੀਸ਼ੀਅਨ ਜਿਹੜੇ ਸੀ MSP ਜਿੱਥੇ ਨਹੀਂ ਸੀ ਉੱਥੋਂ ਸਸਤਾ ਖਰੀਦ ਕੇ ਇੱਥੇ MSP ਦਾ ਲਾਭ ਲੈ ਕੇ ਹਜ਼ਾਰਾਂ ਕਰੋੜ ਦੀ ਲੁੱਟ ਕਰਦੇ ਸੀ, ਉਹ ਰੁਕੇਗੀ। ਔਰ ਦੂਸਰਾ ਕਿਸਾਨਾਂ ਦੀ ਆਇਡੈਂਟੀਫਿਕੇਸ਼ਨ ਹੋ ਜਾਏਗੀ, ਕੌਣ ਖੁਦ ਖੇਤੀ ਕਰਦਾ, ਕੌਣ NRI ਆ, ਕੌਣ ਠੇਕੇ ਤੇ ਦਿੰਦਾ, ਉਹ ਸਾਰਾ ਤੇ ਹੋਰ ਵੀ ਟਰਾਂਸਪੇਰੈਂਸੀ ਹੋਏਗੀ। ਪਰ ਕੇਂਦਰ ਸਰਕਾਰ ਨੂੰ ਕਿਹਾ ਹੈਗਾ ਕਿ 1 ਜਾਂ 2 ਸੀਜ਼ਨ ਲਈ ਸਾਨੂੰ ਪਾਇਲਟ ਪ੍ਰੋਜੈਕਟ ਚਲਾਉਣਾ ਚਾਹੀਦਾ, ਸਾਨੂੰ ਸਮਝ ਆ ਜਾਏਗੀ ਆੜਤੀਏ ਦੇ ਵੀ ਪੈਸੇ ਕਿਸਾਨਾਂ ਨਾਲ ਚੱਲੇ ਹੋਏ ਆ, ਉਹਦਾ ਵੀ ਨੁਕਸਾਨ ਨਹੀਂ ਹੋਏਗਾ ਤੇ ਉਹਦੇ ਲਈ ਜਿਹੜਾ ਹੈਗਾ ਕੁਝ ਸਮਾਂ ਦਿੱਤਾ ਜਾਵੇ। ਔਰ ਉਹਦੇ 'ਚ ਸਾਰੀਆਂ ਹਰ ਸਿੱਕੇ ਦੇ 2 ਪਹਿਲੂ ਹੁੰਦੇ ਆ, ਅੱਛਾਈ ਵੀ ਹੁੰਦੀ ਆ, ਬੁਰਾਈ ਵੀ ਹੁੰਦੀ ਆ। ਕਿਸੇ ਸਿਸਟਮ 'ਚ ਅੱਛਾਈ ਜ਼ਿਆਦਾ ਹੁੰਦੀ ਆ, ਬੁਰਾਈ ਘੱਟ ਹੁੰਦੀ ਹੈ, ਕਿਸੇ 'ਚ ਬੁਰਾਈ ਜ਼ਿਆਦਾ ਹੁੰਦੀ ਆ, ਅੱਛਾਈ ਘੱਟ ਹੁੰਦੀ ਆ। ਅਸੀਂ ਇਹ ਕਿਹਾ ਹੈਗਾ ਕਿ ਉਹ ਆਪਾਂ ਨੂੰ ਪਤਾ ਚੱਲ ਜਾਏਗਾ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਤੇ ਉਹਦੇ ਲਈ ਸਾਨੂੰ 1 ਜਾਂ 2 ਸੀਜ਼ਨ ਦੀ। ਗਰੇਵਾਲ ਜੀ, ਇੱਕ ਤਾਂ ਬਿਲਕੁਲ ਸਪਸ਼ਟ ਗੱਲ ਹੈ ਕਿ ਤੁਸੀਂ ਕਿਸਾਨਾਂ ਦੇ ਨੇਤਾ ਵੀ ਹੋ, ਪੰਜਾਬ ਦੇ ਅੰਦਰ ਭਾਜਪਾ ਦੇ ਸੀਨੀਅਰ ਆਗੂ ਹੋ। ਜਦੋਂ ਇੱਕ ਸਵਾਲ ਹੈ ਆੜਤੀਆਂ ਦਾ ਤੇ ਕਿਸਾਨਾਂ ਦਾ, ਲੰਬੇ ਸਮੇਂ ਤੋਂ ਇਹਨਾਂ ਦੇ ਆਪਸੀ ਲੈਣ ਦੇਣ, ਆਰਥਿਕ ਤੌਰ ਤੇ ਸੰਬੰਧ, ਕੀ ਤੁਹਾਨੂੰ ਲੱਗਦਾ ਕਿ ਆੜਤੀਆਂ ਤੋਂ ਬਗੈਰ ਜੇ ਆੜਤੀਆਂ ਨੂੰ ਪਾਸੇ ਕਰ ਦਿੰਦੇ ਆ ਤਾਂ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਸਿਸਟਮ ਹੈ ਉਹ ਚਾਲੂ ਰਹਿ ਸਕਦਾ ਹੈ? ਜਿਸ ਤਰੀਕੇ ਨਾਲ ਉਹਨਾਂ ਦੇ ਸੰਬੰਧ ਹੈ, ਲੈਣ ਦੇਣ ਹੈ, ਭਾਈਚਾਰਕ ਸਾਂਝ ਹੈ, ਔਰ ਇਸ ਤੋਂ ਇਲਾਵਾ ਰਾਜਸੀ ਤੌਰ ਤੇ ਵੀ ਮੈਨੂੰ ਲੱਗਦਾ ਹੈ ਕਿ ਜਿਹੜੇ ਆੜਤੀਆਂ ਦਾ ਕਾਫੀ ਵੱਡਾ ਹਿੱਸਾ ਭਾਜਪਾ ਦਾ ਵੀ ਹਮਾਇਤੀ ਰਿਹਾ ਹੋਏਗਾ। ਬਿਲਕੁਲ, ਅੱਜ ਵੀ ਹੈਗਾ। ਮੈਂ ਇਹ ਸਮਝਦਾ ਹੈਗਾ ਜੀ ਕਿ ਜਿਹੜੇ ਆੜਤੀਆ, ਚਾਹੇ ਕਿਸਾਨ ਤੇ ਆੜਤੀਏ ਦਾ ਰਿਸ਼ਤਾ ਹੈਗਾ, ਉਹਦਾ ਆਲਟਰਨੇਟ ਅਰੇਂਜਮੈਂਟ ਵੀ ਅਜੇ ਖੜਾ ਨਹੀਂ ਹੋਇਆ। ਉਹ ਠੀਕ ਆ, ਮੈਂ ਉਹ ਸਾਰੀ ਚੀਜ਼ਾਂ ਨੂੰ ਐਗਰੀ ਕਰਦਾ ਔਰ ਆੜਤੀਆਂ ਦੇ ਮੈਂ ਕੋਈ ਖਿਲਾਫ ਨਹੀਂ ਹੈਗਾ ਤੇ ਨਾ ਹੀ ਕਿਸਾਨ ਦੇ ਅਸੀਂ ਖਿਲਾਫ ਹਾਂ ਤੇ ਸਾਡੀ ਸਰਕਾਰ ਵੀ ਉਹਨਾਂ ਬਾਰੇ ਸੋਚਦੀ ਆ। ਪਰ ਕਈ ਵਾਰ ਕੀ ਹੁੰਦਾ ਕਿ ਇਹ ਜਿਹੜੀ ਗੱਲ ਸੀ, ਜਿਹੜੀ ਰੱਖਣੀ ਸੀ, ਉਹ ਪੰਜਾਬ ਸਰਕਾਰ ਨੇ ਸਮੇਂ ਸਿਰ ਨਹੀਂ ਰੱਖੀ। ਸਮੇਂ ਸਿਰ ਉੱਤੇ ਰੱਖਣੀ ਚਾਹੀਦੀ ਸੀ। ਇਹਨਾਂ ਨੂੰ ਪਹਿਲਾਂ ਤੋਂ ਲੈਟਰ ਆ ਰਹੇ ਨੇ ਤੇ ਹੁਣ ਮੌਕੇ ਤੇ ਆ ਕੇ ਇਸ ਤਰ੍ਹਾਂ ਦੀਆਂ ਗੱਲਾਂ, ਕੜਵਾਹਟ ਵਧਾਉਣ ਦਾ ਕੰਮ, ਕੇਂਦਰ ਸਰਕਾਰ ਦਾ ਚਿਹਰਾ ਖਰਾਬ ਕਰਨ ਦਾ ਕੰਮ, ਡੀਸੈਂਟ ਵੇ ਨਾਲ ਲੋਕਾਂ ਨੂੰ ਰੌਜ ਦੇਣ ਦਾ ਕੰਮ ਪੰਜਾਬ ਸਰਕਾਰ ਕਰਦੀ ਆ। ਇਹ ਇਹਨਾਂ ਨੂੰ ਆਪਣੇ ਰਾਜਨੀਤਿਕ ਸਾਧਨ ਲਈ ਨਹੀਂ ਕਰਨਾ ਚਾਹੀਦਾ। ਇਹ ਇਹਨਾਂ ਨੇ ਕੀਤਾ ਹੈਗਾ, ਇਹਦੇ 'ਚ ਮੈਨੂੰ ਅਫਸੋਸ ਹੈ ਇਸ ਗੱਲ ਤੇ। ਔਰ ਇਹ ਨਹੀਂ ਤਾਂ ਇਸ ਤਰ੍ਹਾਂ ਦੀ ਸਮੱਸਿਆ ਜੇ ਪਹਿਲਾਂ ਹੀ ਇਹਦਾ ਨੋਟਿਸ ਲੈ ਲਿਆ ਜਾਂਦਾ, ਇਹ ਨਹੀਂ ਖੜੀ ਹੋਣੀ। ਗਰੇਵਾਲ ਜੀ, ਬਿਲਕੁਲ ਜਿਹੜਾ ਹੈਗਾ, ਤੁਸੀਂ ਜਿੱਥੇ ਤੱਕ ਪੰਜਾਬ ਸਰਕਾਰ ਦਾ ਸਵਾਲ ਹੈ ਤੁਹਾਡਾ ਪੂਰਾ ਅਧਿਕਾਰ ਹੈ ਉਹਦੇ ਬਾਰੇ ਕਮੈਂਟਸ ਕਹਿਣ ਦਾ, ਪਰ ਕਿਤੇ ਲੱਗਦਾ ਹੈ ਕਿ ਜਿਹੜੀ ਕੇਂਦਰ ਦੀ ਸਰਕਾਰ ਹੈਗੀ ਹੈ, ਮੋਦੀ ਸਰਕਾਰ, ਪੰਜਾਬ ਦੇ ਭਾਜਪਾ ਆਗੂਆਂ ਨੂੰ ਕਿਤੇ ਭਰੋਸੇ 'ਚ ਨਹੀਂ ਰਹਿੰਦੀ। ਗਰੇਵਾਲ ਜੀ, ਲੜਾਈ ਤਾਂ ਤੁਸੀਂ ਲੜ ਰਹੇ ਹੋ ਪੰਜਾਬ 'ਚ, ਅਸੀਂ ਤਾਂ ਕਦੇ ਕੋਈ ਚਿਹਰਾ ਦੇਖਿਆ ਨਹੀਂ ਜਿਹੜਾ ਕੇਂਦਰ ਦਾ ਆ ਕੇ ਲੜਾਈ ਲੜਦਾ ਹੋਵੇ। ਅਸੀਂ ਤਾਂ ਦੇਖਦੇ ਹਾਂ ਗਰੇਵਾਲ ਸਾਹਿਬ ਲੜਾਈ ਲੜਦੇ ਆ, ਅਸ਼ਵਨੀ ਸ਼ਰਮਾ ਜੀ ਲੜਾਈ ਲੜਦੇ ਆ, ਦੂਜੇ ਲੋਕ ਪੰਜਾਬ ਦੇ ਭਾਜਪਾ ਦੇ ਆਗੂ ਲੜਾਈ ਲੜ ਰਹੇ ਆ। ਫਿਰ ਕੇਂਦਰ ਜਦੋਂ ਇਹੋ ਜਿਹੇ ਫੈਸਲੇ ਲੈਂਦਾ ਹੈ, ਪੰਜਾਬ ਦੇ ਭਾਜਪਾ ਆਗੂਆਂ ਨੂੰ ਪੁੱਛਦਾ ਹੀ ਨਹੀਂ ਕਿ ਵੀ ਇਹ ਫੈਸਲਾ ਜਾਇਜ਼ ਹੈ ਜਾਂ ਨਹੀਂ ਜਾਇਜ਼। ਛੱਡੋ ਗੱਲ, ਕੈਪਟਨ ਅਮਰਿੰਦਰ ਤਾਂ ਹੋ ਸਕਦਾ ਖਰਾਬ ਕਰਨਾ ਚਾਹੁੰਦਾ ਹੋਵੇਗਾ, ਪਰ ਤੁਹਾਨੂੰ ਕਿਉਂ ਨਹੀਂ ਪੁੱਛਿਆ ਜਾਂਦਾ? ਦੇਖੋ, ਇਸ ਤਰ੍ਹਾਂ ਦੀ ਗੱਲ ਨਹੀਂ ਕਿ ਨਹੀਂ ਪੁੱਛਿਆ ਜਾਂਦਾ। ਜਦੋਂ ਮੈਂ ਇੱਥੇ ਬਿਆਨ ਦਿੱਤਾ ਤਾਂ ਪਿਊਸ਼ ਗੋਇਲ ਜੀ ਦਾ ਬਕਾਇਦਾ ਫੋਨ ਆਇਆ, ਉਹਨਾਂ ਨੇ ਕਿਹਾ ਕਿ ਨਹੀਂ, ਆਹ ਨੀਤੀ ਹੈਗੀ ਔਰ ਇਹਦੇ ਤੇ ਪੰਜਾਬ ਸਰਕਾਰ ਜਿਹੜੀ ਆ ਉਹ ਪਹਿਲਾਂ ਐਗਰੀ ਕੀਤੀ ਆ ਤੇ ਹੁਣ ਉਹ ਜਾ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਤੇ ਉਹਨਾਂ ਨੇ ਮੈਨੂੰ ਸਾਰੀ ਜਾਣਕਾਰੀ ਦਿੱਤੀ। ਪਰ ਮੈਂ ਉਸ ਗੱਲ ਨੂੰ ਕਹਾਂ, ਮੈਂ ਜਿਹੜੀ ਸਹੀ ਗੱਲ ਮੈਨੂੰ ਲੱਗੀ, ਜਿਹੜੀ ਸਹੀ ਗੱਲ ਮਦਨ ਮੋਹਨ ਮਿੱਤਲ ਜੀ ਨੂੰ ਲੱਗੀ, ਜਿਹੜੀ ਸੁਰਜੀਤ ਜਾਣੀ ਨੂੰ ਲੱਗੀ, ਅਸੀਂ ਉਹ ਉਸੇ ਵੇਲੇ ਕਹਿ ਦਿੱਤੀ ਕਿ ਵੀ ਇਹ ਆੜਤੀਆਂ ਨੂੰ ਸਮਾਂ ਮਿਲਣਾ ਚਾਹੀਦਾ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਸਾਡੀ ਆਪਣੀ ਵੀ ਹੈਸੀਅਤ ਹੈ, ਐਸੀ ਗੱਲ ਨਹੀਂ ਹੈ। ਅਸੀਂ ਮੋਦੀ ਜੀ ਤੋਂ ਬਿਨਾਂ ਜਾਂ ਸਰਕਾਰ ਦੀ ਨੀਤੀ ਤੋਂ ਬਿਨਾਂ ਸਾਡੀ ਆਪਣੀ ਸਰਕਾਰ ਆ, ਅਸੀਂ ਕੋਈ ਗੱਲ ਨਹੀਂ ਕਰਦੇ ਹੈਗੇ। ਪਰ ਇਸ ਗੱਲ ਦੇ ਅੰਦਰ ਜ਼ਰੂਰ ਇਹ ਜਾਇਜ਼ ਗੱਲ ਸੀ, ਇਹ ਅਸੀਂ ਕਹੀ ਆ। ਤੇ ਜਿੱਥੇ ਕਿਸਾਨ ਦੇ ਹਿੱਤ ਦੀ ਗੱਲ ਹੁੰਦੀ ਹੈ, ਸਰਕਾਰ ਵੀ ਕਿਸਾਨ ਦੇ ਹਿੱਤ 'ਚ ਹੈ, ਐਸੀ ਕੋਈ ਗੱਲ ਨਹੀਂ ਹੈ। ਇਹ ਤਾਂ ਦਿਖਾਉਣ ਦੀ ਇਸ ਤਰ੍ਹਾਂ ਦੀ ਕੋਸ਼ਿਸ਼ ਕਰ ਰਹੇ ਕਿ ਕੁਝ ਲੋਕ ਸਫਲ ਹੋ ਗਏ ਇਹਦੇ 'ਚ ਕਰਨ 'ਚ ਕਿ ਵੀ ਅਸੀਂ ਪੰਜਾਬ ਦੇ ਕਿਸਾਨ ਦੇ ਖਿਲਾਫ ਹੈ, ਐਸੀ ਕੋਈ ਗੱਲ ਨਹੀਂ।
ਜੀ ਗਰੇਵਾਲ ਜੀ, ਇਦਾਂ ਦੇ ਡਿਬੇਟਾਂ 'ਚ ਬਹਿਸਾਂ 'ਚ ਇਹਨਾਂ ਮੁੱਦਿਆਂ ਦੇ ਕਿਸਾਨਾਂ ਦੇ ਹਿੱਤ 'ਚ ਜਦੋਂ ਗੱਲ ਕਰੋਗੇ ਤਾਂ ਜ਼ਰੂਰ ਪੰਜਾਬੀਆਂ ਨੂੰ ਸਮਝ ਆਏਗੀ। ਪਵਨ ਕੁਮਾਰ ਟੀਨੂ ਜੀ, ਜਿਸ ਮਾਮਲੇ ਤੇ ਆਪਾਂ ਗੱਲ ਕਰ ਰਹੇ ਹਾਂ, ਤੁਸੀਂ ਬੇਸ਼ੱਕ ਦੁਆਬੇ ਦੇ ਨੇਤਾ ਹੋ ਪਰ ਪੂਰੀ ਪੰਜਾਬ ਵਿਧਾਨ ਸਭਾ ਦੇ ਅੰਦਰ ਨੁਮਾਇੰਦਗੀ ਕਰਦੇ ਹੋ। ਜਦੋਂ ਗੱਲ ਆਉਂਦੀ ਆੜ੍ਹਤੀਆਂ ਤੇ ਕਿਸਾਨਾਂ ਦੀ, ਜਿਸ ਤਰੀਕੇ ਨਾਲ ਹੁਣ ਐਨ ਉਸ ਮੌਕੇ ਤੇ ਜਦੋਂ ਫਸਲ ਜਿਹੜੀ ਹੈਗੀ ਆ ਮੰਡੀਆਂ 'ਚ ਢੇਰੀ ਹੋ ਰਹੀ ਹੈ, ਉਸ ਵੇਲੇ ਇਹ ਫੈਸਲਾ ਲਿਆ ਜਾਵੇ ਕਿ ਜੀ ਆੜ੍ਹਤੀਆਂ ਦੀ ਥਾਂ ਸਿੱਧੀ ਅਦਾਇਗੀ, ਇਹ ਕਿੱਡਾ ਵੱਡਾ ਭੰਬਲ ਭੁੱਸਾ ਖੜਾ ਹੋ ਸਕਦਾ ਹੈ ਸਿਸਟਮ ਦੇ ਵਿੱਚ। ਦੇਖੋ ਸਿੱਧੂ ਸਾਹਿਬ, ਤੁਸੀਂ ਪਹਿਲਾਂ ਹੀ ਕਿਹਾ, ਬਲਕਿ ਆਮ ਚਰਚਾ ਵੀ ਹੋ ਰਹੀ ਆ ਜਿਸ ਦਿਨ ਤੋਂ ਕੇਂਦਰ ਸਰਕਾਰ ਨੇ ਕਿਹਾ ਵੀ ਸਿੱਧੀ ਅਦਾਇਗੀ ਕਰਨੀ ਆ। ਅੱਜ ਖੁੰਡ ਚਰਚਾ ਵੀ ਆ, ਇਹ ਪਿੰਡ ਪਿੰਡ ਘਰ ਘਰ ਚਰਚਾ ਹੋ ਰਹੀ ਆ ਕਿ ਆਖਰ ਕੇਂਦਰ ਸਰਕਾਰ ਪੰਜਾਬ ਨੂੰ ਕਿੱਧਰ ਨੂੰ ਲਿਜਾਣਾ ਚਾਹੁੰਦੀ ਹੈ। ਹਾਲੇ ਪਹਿਲੇ ਜਿਹੜੇ 3 ਬਿੱਲ ਆ ਕਿਸਾਨੀ ਦੇ ਖਿਲਾਫ, ਉਹਨਾਂ ਦਾ ਹਾਲੇ ਰੇੜਕਾ ਆ, ਹਾਲੇ ਸੰਘਰਸ਼ ਚੱਲ ਰਿਹਾ ਬੜੇ ਵੱਡੇ ਪੱਧਰ ਤੇ, ਕੌਮਾਂਤਰੀ ਪੱਧਰ ਤੇ ਲੋਕਾਂ ਦੇ ਅੰਦਰ ਬੜੀ ਰਿਜ਼ੈਂਟਮੈਂਟ ਆ ਕੇਂਦਰ ਸਰਕਾਰ ਦੇ ਖਿਲਾਫ, ਬੜੇ ਸਵਾਲ ਚੁੱਕੇ ਜਾ ਰਹੇ ਆ। ਤੇ ਹੁਣ ਫਿਰ ਦੁਬਾਰਾ ਹੁਣ ਆੜ੍ਹਤੀਏ ਨੂੰ ਪਿੱਛੇ ਕਰਕੇ ਉਹਨੂੰ ਪਹਿਲਾਂ ਵਿਚੋਲੀਆ ਵੀ ਕਿਹਾ ਗਿਆ। ਦੇਖੋ, ਜੇ ਤੁਸੀਂ ਆੜ੍ਹਤੀਆ ਵਿਹਲਾ ਕਰ ਦਿਓਗੇ ਤੇ ਉਹਦੇ ਨਾਲ ਹਜ਼ਾਰਾਂ ਲੋਕ ਰੁਜ਼ਗਾਰ ਤੇ ਲੱਗੇ ਹੋਏ ਆ, ਉਹਦਾ ਸਾਰਾ ਸਿਸਟਮ ਅਪਸੈਟ ਹੋ ਜਾਏਗਾ, ਸਾਰੇ ਬੇਰੁਜ਼ਗਾਰ ਹੋ ਜਾਣਗੇ, ਉਹ ਵੀ ਵਿਚਾਰੇ ਕਿਤੇ ਗਾਂਹ ਹੋਰ ਧੰਦਾ ਲੱਭਣਗੇ। ਤੇ ਇਹ ਸੈਂਕੜੇ ਸਾਲ ਪੁਰਾਣਾ ਸਿਸਟਮ ਆ ਆੜ੍ਹਤੀ ਦਾ ਸੰਬੰਧ ਜਿਹੜਾ ਆ ਕਿਸਾਨ ਦੇ ਨਾਲ ਹੈ। ਬਹੁਤ ਇਹਨੂੰ ਨਾਮ ਦਿੱਤੇ ਗਏ, ATM ਵੀ ਕਿਹਾ ਗਿਆ, ਆਪਣੇ ਘਰ ਦਾ ਬੈਂਕ ਵੀ ਕਿਹਾ ਗਿਆ, ਤੇ ਸੰਬੰਧ ਵੀ ਹੈ ਇਹਦੇ ਵਿੱਚ, ਬੜਾ ਸੋਸ਼ਲ ਰਿਸ਼ਤੇ ਵੀ ਆ, ਬੜੇ ਧਾਰਮਿਕ ਰਿਸ਼ਤੇ ਵੀ ਆ, ਇੱਕ ਦੂਜੇ ਦੇ ਕੰਮ ਆਉਂਦੇ ਆ, ਕਿਤੇ ਪੜ੍ਹਾਈ, ਕਿਤੇ ਇਲਾਜ, ਕਿਤੇ ਬਾਹਰ ਜਾਣਾ ਬੱਚੇ ਨੇ, ਕਿਤੇ ਕੋਈ ਅਚਾਨਕ ਲੋੜ ਪੈ ਗਈ ਤੇ ਆੜ੍ਹਤੀਆ ਹੀ ਕੰਮ ਆਉਂਦਾ ਆ। ਬੈਂਕ ਤਾਂ 3600 ਫਾਰਮ ਪਹਿਲਾਂ ਜਮ੍ਹਾਂ ਕਰਾਉਂਦੀ ਆ, 3600 ਗਵਾਹੀਆਂ ਲਿਆਉਂਦੀ, ਫੇਰ ਜਾ ਕੇ ਉਹ ਤੁਹਾਡੇ ਬੈਂਕ 'ਚ ਖਾਤੇ 'ਚ ਕੁਝ ਪੈਸੇ ਪਾਉਂਦੇ ਆ। ਸੋ ਇਹ ਬੜੇ ਸਾਲਾਂ ਤੋਂ ਜਿਹੜਾ ਸਿਸਟਮ ਆ, ਉਹ ਤੋਂ ਕੁਝ ਸਿੱਖ ਕੇ ਕੋਈ ਕੇਂਦਰ ਸਰਕਾਰ ਨੂੰ ਕੁਝ ਫੈਸਲਾ ਲੈਣਾ ਚਾਹੀਦਾ ਸੀ। ਇਹ ਇੱਕਦਮ ਮੈਨੂੰ ਸਮਝ ਨਹੀਂ ਆ ਰਹੀ ਵੀ ਕੇਂਦਰ ਸਰਕਾਰ ਕਰ ਕੀ ਰਹੀ ਹੈ ਪੰਜਾਬ ਵਾਸਤੇ। ਵੀ ਪੰਜਾਬ ਦੇ ਲੋਕਾਂ ਨੂੰ ਕਿਉਂ ਆਏ ਦਿਨ ਕੋਈ ਨਾ ਕੋਈ ਐਸਾ ਬਿੱਲ ਸਿੱਟ ਕੇ, ਕਦੀ ਮਜ਼ਦੂਰਾਂ ਦੇ ਖਿਲਾਫ, ਕਦੀ ਕਿਸਾਨਾਂ ਦੇ ਖਿਲਾਫ, ਤੇ ਹੁਣ ਆੜ੍ਹਤੀਏ ਤੇ ਕਿਸਾਨ ਦੇ ਵਿੱਚ ਰੌਲਾ ਪਵਾਤਾ। ਤੇ ਮੈਨੂੰ ਤਾਂ ਸਮਝ ਲੱਗਦੀ ਆ, ਹੁਣ ਗਰੇਵਾਲ ਸਾਹਿਬ ਬੋਲ ਰਹੇ ਸੀ, ਕਹਿੰਦੇ ਐਸੀ ਕੋਈ ਗੱਲ ਨਹੀਂ, ਸਾਡੀ ਮੰਨਦੇ ਆ। ਮਾਫ ਕਰਨਾ, ਪੰਜਾਬ ਦੇ BJP ਲੀਡਰਾਂ ਨੂੰ ਬਿਲਕੁਲ ਦਰਕਿਨਾਰ ਕਰ ਦਿੱਤਾ ਕੇਂਦਰ 'ਚ RSS ਨੇ ਤੇ ਭਾਰਤੀ ਜਨਤਾ ਪਾਰਟੀ ਨੇ। ਇਹਨਾਂ ਨੂੰ ਛੱਡ ਦਿੱਤਾ ਇੱਥੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣ ਵਾਸਤੇ। ਇੱਥੇ ਅਲੱਗ ਥਲੱਗ ਪੈ ਗਏ ਸਾਰੇ ਲੀਡਰ ਵਰਕਰ, ਜਿਨ੍ਹਾਂ ਦਾ ਇੰਨਾ ਇੱਜ਼ਤ ਮਾਣ ਹੁੰਦਾ ਸੀ ਲੋਕਾਂ 'ਚ, ਆਓ ਭਗਤ ਹੁੰਦੀ ਸੀ। ਅੱਜ ਲੋਕ ਉਹਨਾਂ ਨੂੰ ਆਪਣੇ ਸਮਾਜਿਕ ਫੰਕਸ਼ਨਾਂ 'ਚ ਬੁਲਾਉਣ ਤੋਂ ਵੀ ਡਰਦੇ ਆ, ਕਤਰਾਉਂਦੇ ਆ। ਇਹ ਸਾਡੀ ਭਾਈਚਾਰਕ ਸਾਂਝ ਤੋੜ ਦਿੱਤੀ ਕੇਂਦਰ ਸਰਕਾਰ ਦੇ ਐਸੇ ਰਵੱਈਏ ਨੇ, ਤੇ ਬੜੀ ਸੋਚਣ ਦੀ ਲੋੜ ਆ। ਇਹ ਗਰੇਵਾਲ ਸਾਹਿਬ, ਸਾਰੀ ਲੀਡਰਸ਼ਿਪ, ਤੁਸੀਂ ਪੰਜਾਬ ਦੇ ਕਿਸਾਨਾਂ ਨਾਲ ਨਾ ਨਾਰਾਜ਼ ਹੋਵੋ, ਲੜੋ ਨਾ, ਇਹ ਜਾ ਕੇ ਸਟਰੋਂਗਲੀ ਬੈਠੋ ਉਹਨਾਂ ਦੇ ਘਰ ਦੇ ਮੂਹਰੇ ਵੀ ਅਸੀਂ ਤਾਂ ਪੰਜਾਬ ਹੀ ਰਹਿਣਾ ਹੈ ਭਰਾ, ਇੱਥੇ ਹੀ ਰਹਿਣਾ, ਸਾਡੇ ਰਿਸ਼ਤੇ ਨਾਤੇ ਸਾਰੇ ਪੰਜਾਬ 'ਚ। ਤੇ ਕੀ ਤੁਸੀਂ ਕਰ ਰਹੇ ਕਿ ਪੰਜਾਬ ਨੂੰ ਇੱਕ ਦੁਸ਼ਮਣ ਦੀ ਨਜ਼ਰ ਨਾਲ ਕਿਉਂ ਦੇਖ ਰਹੀ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ? ਸੋ ਬੜੀ ਹੈਰਾਨੀ ਦੀ ਗੱਲ ਹੈ ਇਸ ਮੌਕੇ ਤੇ। ਪਹਿਲਾਂ ਤਾਂ ਸਿੱਧੂ ਸਾਹਿਬ, ਪਹਿਲਾਂ ਤਾਂ ਜੇ ਕੋਈ ਇਦਾਂ ਦਾ ਲੱਗਦਾ ਵੀ ਸੀ ਇਹਨਾਂ ਨੂੰ, ਤਾਂ ਘੱਟੋ ਘੱਟ ਜਿੱਦਾਂ ਬਿੱਲ ਪਹਿਲਾਂ ਇੱਕਦਮ ਹੀ ਲਿਆ ਕੇ ਸਿਰ ਤੇ ਸੁੱਟ ਦਿੱਤੇ ਕਿਸਾਨਾਂ ਦੇ, ਹੁਣ ਇਦਾਂ ਹੀ ਇਹ ਵੀ ਇੱਕਦਮ ਹੀ ਸੁੱਟਤਾ। ਕੋਈ ਤੁਸੀਂ ਕਿਸਾਨ ਬੁਲਾਓ, ਆੜ੍ਹਤੀਏ ਬੁਲਾਓ, ਦੋਨਾਂ ਦੇ ਸਿਸਟਮ 'ਚ ਦੇਖੋ ਕਿੱਥੇ ਕਿੱਥੇ ਨੁਕਸ ਆ, ਉਹ ਨੁਕਸ ਦੂਰ ਕਰ ਦਿਓ ਜੇ ਤੁਹਾਨੂੰ ਲੱਗਦੇ ਆ ਤਾਂ। ਤੇ ਇੱਕਦਮ ਤੁਸੀਂ ਨਾਦਰਸ਼ਾਹੀ ਫਰਮਾਨ ਕਰੀ ਜਾਂਦੇ ਉੱਪਰ ਬੈਠੇ, ਇਹ ਠੀਕ ਓਕੇ ਟੀਨੂ ਜੀ, ਬਿਲਕੁਲ ਤੁਹਾਡਾ ਵਿਊ ਪੁਆਇੰਟ ਆ ਗਿਆ ਟੀਨੂ ਜੀ, ਥੈਂਕ ਯੂ ਵੈਰੀ ਮਚ। ਮੈਂ ਫੇਰ ਆਵਾਂਗੇ ਇਸ ਮੁੱਦੇ ਤੇ ਤੁਹਾਡੇ ਵੱਲ। ਢਿੱਲੋਂ ਸਾਹਿਬ, ਜਿੱਦਾਂ ਮੈਂ ਕਿਹਾ ਸੀ, ਤੁਸੀਂ ਲੰਬੇ ਸਮੇਂ ਤੋਂ ਪੰਜਾਬ ਕਵਰ ਕਰਦੇ ਆ ਰਹੇ ਹੋ। ਜੋ ਹੁਣ ਫਰਮਾਨ ਆਇਆ, ਆੜ੍ਹਤੀਆਂ ਦੀ ਥਾਂ ਸਿੱਧੀ ਕਿਸਾਨਾਂ ਦੀ ਜੇਬ 'ਚ ਕਣਕ ਦੀ ਅਦਾਇਗੀ, ਫਸਲ ਦੀ ਅਦਾਇਗੀ, ਇਸ ਮੁੱਦੇ ਨੂੰ ਕਿਵੇਂ ਦੇਖ ਰਹੇ ਹੋ ਜੀ? ਢਿੱਲੋਂ ਜੀ। ਸਿੱਧੂ ਸਾਹਿਬ, ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ 2012 ਦੀ ਪਾਰਲੀਮੈਂਟ ਦੇ ਵਿੱਚ, ਜਿਵੇਂ ਟੀਨੂ ਸਾਹਿਬ ਹੋਰਾਂ ਨੇ ਗੱਲ ਕੀਤੀ ਹੈਗੀ, ਬੀਬੀ ਸੁਖਨਾ ਸਵਰਾਜ ਵਿਰੋਧੀ ਧਿਰ ਦੇ ਆਗੂ ਹੁੰਦੇ ਸੀ। ਉਹਨਾਂ ਨੇ ਆਪ ਉਸ ਵੇਲੇ ਕਿਹਾ ਕਿ ਇਹ ਜਿਹੜੇ ਆੜ੍ਹਤੀਏ ਨੇ ਇਹ ਕਿਸਾਨਾਂ ਦਾ ATM ਨੇ। ਮੈਂ ਇੱਕ ਹੋਰ ਇਸ ਤੋਂ ਪਿੱਛੇ ਜਾਣਾ, 2002 ਦੇ ਵਿੱਚ ਸਿੱਧੂ ਸਾਹਿਬ, ਤੁਸੀਂ ਵੀ ਉਦੋਂ ਟ੍ਰਿਬਿਊਨ ਦੇ ਵਿੱਚ ਕਵਰ ਕਰਦੇ ਸੀ, ਆਪਾਂ ਸਾਰੇ ਬਿਜਲੀ ਦੇ ਉੱਤੇ ਮੈਂ ਕਵਰ ਕਰਦਾ ਸੀਗਾ ਪੰਜਾਬ ਦੇ ਵਿੱਚ। ਇਹਨਾਂ ਨੇ ਬਿਜਲੀ ਐਕਟ 2002 ਲਿਆਂਦਾ, ਬਿਜਲੀ ਬੋਰਡਾਂ ਦਾ ਢਾਂਚਾ ਤੋੜ ਕੇ
ਕਹਿੰਦੇ ਜੀ ਕੰਪਨੀਆਂ ਬਣਾਉਣੀਆਂ ਨੇ 3-4, ਉਹਦੇ ਬਾਰੇ ਦੱਸ ਦੇਣ ਕਿ ਕਿਹੜਾ ਸੁਧਾਰ ਆ ਗਿਆ ਬਿਜਲੀ ਬੋਰਡਾਂ ਦੇ ਵਿੱਚ, ਕਿਹੜੀ ਕਾਇਆ ਕਲਪ ਹੋ ਗਈ ਬਿਜਲੀ ਬੋਰਡਾਂ ਦੀ। ਲਗਾਤਾਰ ਉਹਦੇ ਵਿੱਚ ਨਿਘਾਰ ਆਇਆ, ਅੱਜ ਵੀ ਲੋਕਾਂ ਨੂੰ ਮਹਿੰਗੀ ਬਿਜਲੀ ਹੈ ਜਿਹੜੀ ਉਹ ਪ੍ਰਾਪਤ ਹੋ ਰਹੀ ਹੈ। ਸੋ ਦੂਜੀ ਗੱਲ ਜਿਹੜੀ ਇਹ 3 ਵਿੱਤੀ ਬਿੱਲ ਉਦੋਂ ਲਿਆਂਦੇ ਜਦੋਂ ਕਰੋਨਾ ਦੀ ਮਹਾਮਾਰੀ ਵਿਸ਼ਵ ਪੱਧਰ ਦੇ ਉੱਤੇ ਅਜੇ ਤੱਕ ਵੀ ਆਪਾਂ ਸੰਭਲੇ ਨਹੀਂ। ਹਰ ਰੋਜ਼ ਅੰਕੜੇ ਤੇ ਅੰਕੜਾ ਆ ਰਿਹਾ, ਸਿਰਫ ਜਿਹੜੀਆਂ ਸਿਆਸਤਦਾਨਾਂ ਦੀਆਂ ਰੈਲੀਆਂ ਨੇ ਉਧਰ ਨੂੰ ਕਰੋਨਾ ਨਹੀਂ ਜਾਂਦਾ। ਇਸ ਸਥਿਤੀ ਦੇ ਵਿੱਚ ਕੋਈ ਵੀ ਚੀਜ਼ ਲਿਆਉਣੀ ਆ, ਭਾਵੇਂ ਪ੍ਰਧਾਨ ਮੰਤਰੀ ਸਾਹਿਬ ਨੇ ਲੈ ਕੇ ਆਉਣੀ ਹੈ ਜਾਂ ਰਾਜਾਂ ਨੇ ਲੈ ਕੇ ਆਉਣਾ ਹੈ, ਮੇਰਾ ਖਿਆਲ ਉਹਦੇ ਉੱਤੇ ਪਹਿਲਾਂ ਖੁੱਲੀ ਡਿਬੇਟ ਕਰ ਲਈ ਜਾਵੇ। ਕੈਨੇਡਾ ਦੇ ਵਿੱਚ ਇੱਕ ਸੜਕ ਜਿਹੜੀ ਹੈ ਉਹ 2024 ਚ ਬਣਨੀ ਹੈ। ਉਹਨਾਂ ਨੇ 2015 ਦੇ ਵਿੱਚ ਡਿਕਲੇਅਰ ਕੀਤਾ ਕਿ ਇੱਥੇ ਸੜਕ ਬਣਾਈ ਜਾਣੀ ਹੈ, ਤੁਸੀਂ ਆਪੋ ਆਪਣੇ ਆਬਜੈਕਸ਼ਨ ਦੱਸੋ। ਹੁਣ ਤੱਕ ਸਾਰੇ ਆਬਜੈਕਸ਼ਨ ਉਹਦੇ ਕਲੀਅਰ ਹੋ ਗਏ, ਅਜੇ ਵੀ ਉਹਨਾਂ ਨੇ ਸਮਾਂ ਦੇਤਾ ਹੈ ਕਿ ਤੁਸੀਂ ਹੋਰ ਦੱਸੋ ਇੱਥੇ ਕੀ ਨੁਕਸ ਹੋ ਸਕਦਾ ਹੈ। ਇੱਥੇ ਅਸੀਂ ਰਾਤ ਨੂੰ ਜੇ ਨੋਟਬੰਦੀ ਕੀਤੀ ਤਾਂ ਰਾਤੇ ਰਾਤ ਕਰ ਦਿੱਤੀ। ਕਦੇ ਦੱਸੋ ਕਿ ਇਸ ਗੱਲ ਦੇ ਉੱਤੇ ਚਾਨਣਾ ਪਾਇਆ ਕਿ ਦੇਸ਼ ਦੇ ਵਿੱਚ ਜਿਹੜੀ ਭੁੱਖਮਰੀ ਸੀ, 2014 ਦਾ ਅੰਕੜਾ ਕਹਿੰਦਾ ਕਿ 52ਵੇਂ ਨੰਬਰ ਤੇ ਸੀ ਹਿੰਦੁਸਤਾਨ, ਅੱਜ ਉਹ 104ਵੇਂ ਨੰਬਰ ਤੇ ਚਲਿਆ ਗਿਆ। ਅਸੀਂ ਇੱਕ ਦੇਸ਼ ਨੂੰ ਕਿਹੜੇ ਪਾਸੇ ਨੂੰ ਲੈ ਕੇ ਚੱਲਿਆ? GDP ਘਟਦੀ ਜਾ ਰਹੀ ਹੈ। GST ਵੇਲੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਇੱਕ ਦੇਸ਼ ਇੱਕ ਕਰ, ਕਿ ਜੇ ਫਿਰ ਇਹ ਹੈਗਾ ਤਾਂ ਫਿਰ ਡੀਜ਼ਲ ਪੈਟਰੋਲ ਨੂੰ ਵੀ ਲਿਆਓ GST ਦੇ ਅਧੀਨ। ਉਹ 140% ਤੇ ਕਿਉਂ ਕੀਤਾ ਹੋਇਆ ਹੈ? ਮੈਨੂੰ ਲੱਗਦਾ ਕਿ ਜਿਹੜਾ ਅੱਜ ਨੁਕਸਾਨ ਹੋ ਰਿਹਾ, ਟੀਨੂ ਸਾਹਿਬ ਇਸ ਗੱਲ ਤੇ ਮੇਰੇ ਨਾਲ ਗਵਾਹੀ ਭਰਨਗੇ ਕਿ ਸਭ ਤੋਂ ਪਹਿਲਾਂ ਜੇ ਵੱਧ ਅਧਿਕਾਰਾਂ ਦੀ ਕਿਸੇ ਨੇ ਗੱਲ ਕੀਤੀ ਸੀ ਤਾਂ ਉਹ ਪੰਜਾਬ ਨੇ ਕੀਤੀ ਸੀ, ਅਕਾਲੀ ਦਲ ਨੇ ਕੀਤੀ ਸੀ। 1973 ਦੇ ਵਿੱਚ ਅਨੰਦਪੁਰ ਸਾਹਿਬ ਦਾ ਮਤਾ ਲਿਆਂਦਾ, ਪਰ ਅਫਸੋਸ ਇਹਨਾਂ ਨੇ ਵੀ ਉਹਦਾ ਹੁਣ ਭੋਗ ਪਾਤਾ। ਉਹ ਵੱਧ ਅਧਿਕਾਰਾਂ ਦੀ ਗੱਲ ਨਹੀਂ ਕਰਦੇ। ਜਦੋਂ ਤਾਰਾ 370 ਤੋੜੀ, ਇਹਨਾਂ ਨੇ ਉਹਦੇ ਹਮਾਇਤ 'ਚ ਵੋਟ ਪਾਈ। ਸੋ ਜਿਹੜੀ ਇਹ ਗੱਲਾਂ, ਭਾਵੇਂ ਇਹ 3 ਖੇਤੀ ਕਾਨੂੰਨ, ਭਾਵੇਂ ਇਹ ਆੜ੍ਹਤੀਆਂ ਵਾਲਾ ਲਿਆਂਦਾ ਗਿਆ, ਜਿਵੇਂ ਗਰੇਵਾਲ ਸਾਹਿਬ ਨੇ ਪਹਿਲਾਂ ਗੱਲ ਕੀਤੀ ਆ ਕਿ ਐਸੀ ਗੱਲ ਨਹੀਂ, ਸਾਡੀ ਗੱਲ ਸੁਣਦੇ ਆ, ਅਸੀਂ ਕਰਦੇ ਹਾਂ, ਤੇ ਫਿਰ ਇਹਨੂੰ ਰੁਕਵਾ ਲਓ। ਜੇ ਹੁਣ ਖੇਤੀ ਕਾਨੂੰਨਾਂ ਤੇ ਵੀ ਤੁਸੀਂ ਕਹਿ ਰਹੇ ਹੋ ਕਿ 1.5 ਸਾਲ ਵਾਸਤੇ ਆਪਾਂ ਇਹਨੂੰ ਰੋਕ ਦਿੰਦੇ ਆ, ਇਹਦਾ ਮਤਲਬ ਤੁਸੀਂ ਵੀ ਇਸ ਗੱਲ ਤੇ ਸਮਝ ਗਏ ਕਿ ਕੋਈ ਨਾ ਕੋਈ ਊਣਤਾਈਆਂ ਉਹ 'ਚ ਹੈਗੀਆਂ ਨੇ। ਜਿਹੜੇ ਸਿਸਟਮ 'ਚ ਸੁਧਾਰ, ਮੈਂ ਕਦੇ ਇਹਦੀ ਵਿਰੋਧਤਾ ਨਹੀਂ ਕਰਦਾ, ਹਮੇਸ਼ਾ ਸਿਸਟਮ ਸੁਧਰਨਾ ਚਾਹੀਦਾ ਹੈ, ਪਰ ਇਸ ਤਰ੍ਹਾਂ ਨਹੀਂ ਜਿਵੇਂ ਤੁਸੀਂ ਕਹਿ ਰਹੇ ਹੋ। NRI ਭਰਾ ਕਿਵੇਂ ਇਹਦੇ 'ਚ ਕਰਨਗੇ? ਕੋਈ ਕਲੀਅਰ ਨਹੀਂ ਹੈ ਵੀ ਉਹਨਾਂ ਨੂੰ ਕਿਵੇਂ ਆਪਾਂ ਕਰਨਾ ਹੈ। ਜਿਹੜੇ ਬੰਦੇ ਠੇਕੇ ਤੇ ਜਾਂ ਹੋਰ ਤਰੀਕੇ ਨਾਲ ਜ਼ਮੀਨਾਂ ਲੈ ਕੇ ਖੇਤੀ ਕਰਦੇ ਆ, ਉਹ ਕਿੱਥੇ ਨੂੰ ਜਾਣਗੇ? ਜਿਹੜੀ ਗੱਲ ਆੜ੍ਹਤੀਆਂ ਦੇ ਨਾਲ 9 ਮਾਸ ਦਾ ਰਿਸ਼ਤਾ, ਅੱਧੀ ਰਾਤ ਲੋੜ ਪੈ ਜਾਵੇ, ਕੀ ਤੁਸੀਂ ਉਦੋਂ ਬੈਂਕਾਂ ਤੋਂ ਜਾ ਕੇ ਕਰਜ਼ੇ ਲਵਾਂਗੇ? ਔਰ ਜਿਹੜੇ ਕਿਸਾਨਾਂ ਦੇ ਉੱਤੇ ਜਿਹੜੇ ਹਜ਼ਾਰਾਂ ਕਰੋੜਾਂ ਰੁਪਈਆ ਢਕਾਰ ਕੇ ਵਿਦੇਸ਼ਾਂ 'ਚ ਬੈਠੇ ਨੇ, ਜਿਨ੍ਹਾਂ ਕਿਸਾਨਾਂ ਦੇ ਉੱਤੇ 10-10, 20-20 ਹਜ਼ਾਰ ਕਰਜ਼ਾ ਹੈ, ਬੈਂਕਾਂ ਨੇ ਖੱਜਲ ਖੁਆਰੀ ਕੀਤੀ ਆ ਉਹਨਾਂ ਦੇ ਨਾਲ, ਉਹਨਾਂ ਨੂੰ ਜਲਾਲਤ ਕੀਤੀ ਜਾਂਦੀ ਹੈ, ਉਹਨਾਂ ਦੇ ਘਰਾਂ ਦੇ ਅਜਿਹੇ ਚਲਾਏ ਜਾਂਦੇ। ਇੱਕ ਮਿੰਟ ਜੀ, ਮੈਂ ਹਾਂਜੀ ਗੱਲੋਂ ਬੋਲ ਜੀ। ਟਿਨੂ ਸਾਹਿਬ, ਮੈਂ ਤੁਹਾਡੇ ਸਵਾਲ ਦੇ ਵਿੱਚ ਗੱਲ 'ਚ ਵਾਧਾ ਹੀ ਕਰਨਾ ਚਾਹੁੰਦਾ ਹਾਂ। ਤੁਸੀਂ ਜਰਨਲਿਸਟ ਦੇ ਨਾਲ ਨਾਲ ਕਿਸਾਨੀ ਪਿਛੋਕੜ ਵੀ ਹੈ ਤੁਹਾਡਾ, ਤਾਂ ਕਿ ਜੇ ਕਿਸਾਨਾਂ ਨੂੰ ਕਿਹਾ ਜਾਵੇ ਕਿ ਤੁਸੀਂ ਆਪਣੇ ਜ਼ਮੀਨਾਂ ਦੇ ਕਾਗਜ਼ ਪੱਤਰ ਲੈ ਕੇ ਜਾਓ ਤਾਂ ਹੋਏਗਾ। ਮੇਰਾ ਖਿਆਲ ਹੈ ਪੰਜਾਬ ਦੇ ਅੱਧੇ ਕਿਸਾਨਾਂ ਨੂੰ ਤਾਂ ਆਪਣੇ ਜ਼ਮੀਨਾਂ ਦੇ ਕਾਗਜ਼ ਪੱਤਰ ਹੀ ਨਹੀਂ ਲੱਭਣੇ। ਹਿਸਾਬ ਕਿਤਾਬ ਤਾਂ ਬਾਅਦ ਦੀ ਗੱਲ ਹੈ। ਇਹ ਵੀ ਤੁਹਾਡੀ ਗੱਲ ਸਹੀ ਹੈਗੀ ਹੈ ਜੀ। ਮੈਂ ਇਹ ਸਮਝਦਾ ਕਿ ਜੇ ਸਰਕਾਰ ਇਹ ਲਾਗੂ ਕਰਨਾ, ਪਹਿਲਾਂ ਤਾਂ ਇਹਦੇ ਵਿੱਚ ਇੱਕ ਕੰਮ ਕਰੇ ਸਰਕਾਰ ਕਿ ਸਾਰਿਆਂ ਦੀ ਸਾਂਝੀ ਡਿਬੇਟ ਕਰਾਵੇ। ਉਹਦੇ ਵਿੱਚ ਕਿਸਾਨ ਵੀ ਬੁਲਾਏ ਜਾਣ, ਕੇਂਦਰ ਸਰਕਾਰ ਦੇ ਨੁਮਾਇੰਦੇ ਵੀ ਹੋਣ, ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਸਮੇਤ ਭਾਰਤੀ ਜਨਤਾ ਪਾਰਟੀ, ਇਹਨਾਂ ਸਾਰਿਆਂ ਨੂੰ ਬੁਲਾਇਆ ਜਾਵੇ ਔਰ ਇਹਦੇ ਆੜ੍ਹਤੀਏ ਵੀ ਹੋਣ। ਇਹਦੇ ਤੇ ਖੁੱਲੀ ਡਿਬੇਟ ਕਰਾਈ ਜਾਵੇ। ਉਹਦੇ ਵਿੱਚੋਂ ਜਿਹੜਾ ਸਹੀ ਤਰੀਕੇ ਦੇ ਨਾਲ, ਜੋ ਲੋਕਤੰਤਰ ਪ੍ਰਣਾਲੀ ਦੇ, ਦੇਖੋ ਜੇ ਹੋਰ ਕੋਈ ਫਸਲਾ ਹੱਲ ਨਹੀਂ ਹੁੰਦਾ ਨਾ, ਫਿਰ ਆਪਾਂ ਵੋਟਾਂ ਨਾਲ ਕਰ ਲੈਂਦੇ ਹਾਂ। ਬਹੁ ਗਿਣਤੀ ਜਿਹੜੀ ਗੱਲ ਕਹਿਣਗੇ ਉਹਨੂੰ ਲਾਗੂ ਕਰ ਲਿਆ ਜਾਵੇ। ਪਰ ਜਦੋਂ ਤੱਤ ਪੜ੍ਹੱਤ ਅਸੀਂ ਕਰਦੇ ਹਾਂ, ਜਿਵੇਂ ਰਾਤੇ ਰਾਤ ਨੋਟਬੰਦੀ ਕਰਤੀ, ਕੀ ਖੱਟਿਆ ਉਹਦੇ ਵਿੱਚ? ਜਿਨ੍ਹਾਂ ਲੋਕਾਂ ਨੇ, ਤੁਸੀਂ ਤੇ ਮੈਂ ਮਾੜੇ ਮੋਟੇ ਜਾਣ ਪਛਾਣ ਵਾਲੇ ਸੀ, ਤਾਂ ਗਰੀਬ ਲੋਕ ਜਿਹੜਾ ਦਿਹਾੜੀ ਕਰਦਾ ਹੈ, ਉਹਨੂੰ ਆਪਦੇ ਪੈਸੇ ਲੈਣ ਵਾਸਤੇ ਪੁਲਿਸ ਦੇ ਡੰਡੇ ਖਾਣੇ ਪਏ। ਸੋ ਅੱਜ ਦੀ ਸਥਿਤੀ ਦੇ ਵਿੱਚ ਇਸ ਮਸਲੇ ਤੇ ਪਹਿਲਾਂ ਡਿਬੇਟ ਕਰਾਓ। ਡਿਬੇਟ ਕਰਾਉਣ ਤੋਂ ਬਾਅਦ ਉਹਦਾ ਪਲੱਸ ਮਾਈਨਸ ਦੇਖੋ। ਜੇ ਫਾਇਦੇ ਜ਼ਿਆਦਾ ਨੇ ਲਾਗੂ ਕਰ, ਜੇ ਫਾਇਦੇ ਘੱਟ ਨੇ, ਤੇ ਮੇਰਾ ਖਿਆਲ ਗਰੇਵਾਲ ਸਾਹਿਬ ਨੂੰ ਵੀ ਇਹਦੇ ਵਿੱਚ ਭੂਮਿਕਾ ਮੋਹਰੀ ਬਣਾਉਣੀ ਚਾਹੀਦੀ ਹੈ। ਪੰਜਾਬ ਦੀ ਤਰਜਮਾਨੀ ਕਰਕੇ ਜਿੱਥੇ ਕਿਤੇ ਪਾਈਆਂ ਨੇ ਉਹ ਇਹ ਠੀਕ ਕਰਾਉਣ। ਥੈਂਕ ਯੂ। ਆਪਣੇ ਦੋਨਾਂ ਮਹਿਮਾਨਾਂ ਨੇ ਡਿਬੇਟ ਦੇ 'ਚ ਇਹ ਗੱਲ ਕਹੀ ਹੈ ਕਿ ਜੋ ਕੇਂਦਰ ਵੱਲੋਂ ਫੈਸਲੇ ਲਏ ਜਾ ਰਹੇ ਹੈ
ਉਤੋਂ ਲੱਗਦਾ ਕਿ ਪੰਜਾਬ ਨੂੰ ਕਿੱਧਰ ਨੂੰ ਧੱਕਿਆ ਜਾ ਰਿਹਾ ਹੈ। ਔਰ ਅਕਾਲੀ ਦਲ ਵੱਲੋਂ ਕਿਹਾ ਗਿਆ ਹੈ ਕਿ ਜਿਹੜੀ ਪੰਜਾਬ ਦੀ ਭਾਜਪਾ ਦੀ ਲੀਡਰਸ਼ਿਪ ਹੈ ਉਹਨੂੰ ਦਰਕਨਾਰ ਕਰ ਦਿੱਤਾ ਗਿਆ ਹੈ। ਇਸੇ ਕਰਕੇ ਸਮਾਜਿਕ ਬਾਈਕਾਟ ਦੇ ਦੂਜੇ ਮਸਲੇ ਆ ਰਹੇ ਹੈ। ਕਿਉਂ ਨਹੀਂ ਪੰਜਾਬ ਦੀ ਲੀਡਰਸ਼ਿਪ ਇਹਨਾਂ ਮੁੱਦਿਆਂ ਤੇ ਫੈਸਲਾ ਲੈਂਦੀ, ਕੋਈ ਚੰਗੇ ਹੱਲ ਨਿਕਲ ਸਕਦੇ ਹੈ? ਜੀ ਗਰੇਵਾਲ ਜੀ। ਇਸ ਤਰ੍ਹਾਂ ਜਗਤਾਰ ਜੀ, ਪਹਿਲੀ ਗੱਲ ਤਾਂ ਇਹ ਆ ਕਿ ਇਹਨਾਂ ਦੇ ਹਰ ਤਰ੍ਹਾਂ ਦਾ ਫੈਸਲਾ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਸਾਰੀਆਂ ਗੱਲਾਂ ਇਹਨਾਂ ਦੀਆਂ ਲਗਭਗ ਮੰਨ ਲਈਆਂ, ਇੱਕੋ ਜਿੱਤ ਤੇ ਅੜੇ ਆ ਕਿ ਇਹ ਕਾਨੂੰਨ ਰਿਪੀਲ ਕਰੋ, ਹੋਰ ਕੋਈ ਗੱਲਬਾਤ ਹੀ ਨਹੀਂ ਹੈ। ਆਹ ਸਾਰੀਆਂ ਚੀਜ਼ਾਂ ਜਿਹੜੀਆਂ ਪ੍ਰੋਬਲਮ ਇਸ ਵੇਲੇ ਆ ਰਹੀਆਂ ਨੇ ਕਿਸਾਨਾਂ ਨੂੰ, ਇਹ ਸਾਰੀਆਂ ਡਿਸਕਸ ਹੋਈਆਂ ਸੀ, ਸਾਰੀਆਂ ਸਰਕਾਰ ਨੇ ਮੰਨ ਲਈਆਂ ਸੀ। ਇਹ ਕਿਸਾਨ ਲੀਡਰਾਂ ਦੀ ਵਜ੍ਹਾ ਕਰਕੇ ਸਮੱਸਿਆ ਖੜੀ ਆ। ਇਹ ਕਿਸਾਨਾਂ ਨੂੰ ਗਰੇਵਾਲ ਜੀ ਬਿਲਕੁਲ ਰੱਖਿਆ ਔਰ ਉਹਨਾਂ ਦਾ ਇੱਕੋ ਹੀ ਮਕਸਦ ਹੈ ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਕਿ ਭਾਰਤ ਸਰਕਾਰ ਦਾ ਔਰ ਮੋਦੀ ਜੀ ਦਾ ਚਿਹਰਾ ਖਰਾਬ ਕਰਨਾ। ਕਿਸਾਨ ਦਾ ਮੋਢਾ ਉਹਨਾਂ ਨੇ ਲੱਭ ਲਿਆ। ਜੀ ਇਸ ਕਰਕੇ ਗਰੇਵਾਲ ਜੀ ਤੁਹਾਨੂੰ ਨਹੀਂ ਤਾਂ ਇਹ ਸਮੱਸਿਆ ਕੋਈ ਸਮੱਸਿਆ ਨਹੀਂ ਹੈ। ਇਹਦੇ ਚ ਇਸ ਵੇਲੇ ਸਾਰੀਆਂ ਗੱਲਾਂ ਸਰਕਾਰ ਮੰਨ ਕੇ ਬੈਠੀ ਔਰ ਖੁਦ ਮੰਨੇ ਨੇ। ਜਿਹੜੀ ਤੁਸੀਂ ਗੱਲ ਕਰਦੇ ਹੋ ਗਰੇਵਾਲ ਜੀ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਅਕਾਲੀ ਦਲ ਤਾਂ ਇਹ ਕਹਿ ਰਿਹਾ ਕਿ ਕੈਪਟਨ ਅਮਰਿੰਦਰ ਤੇ ਮੋਦੀ ਸਰਕਾਰ ਕਿਸਾਨਾਂ ਦੇ ਖਿਲਾਫ ਮਿਲ ਕੇ ਖੇਡ ਰਹੇ ਹੈ। ਚਲੋ ਅਜੇ ਇਹ ਤਾਂ ਕੋਈ ਲੋਕ ਕਹਿ ਸਕਦੇ ਆ ਵੀ ਅਕਾਲੀ ਦਲ ਤੇ ਮੋਦੀ ਜੀ ਇੱਕ ਨੇ, ਕਿਉਂਕਿ ਅਸੀਂ ਪਹਿਲਾਂ ਇੰਨੇ ਇਕੱਠੇ ਰਹੇ ਆ, ਉਹ ਤਾਂ ਗੱਲ ਕਹਿ ਸਕਦੇ ਆ। ਪਰ ਨਹੀਂ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਰੈਲੀਆਂ 'ਚ ਕਹੀ ਹੈ ਗੱਲ, ਸਾਡੇ ਵਰਕਰਾਂ ਤੇ ਜ਼ੁਲਮ ਕਰਵਾ ਰਹੇ ਕਿਸਾਨਾਂ ਨਾਲ ਮਿਲ ਕੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਹ ਗੱਲ ਰੈਲੀਆਂ 'ਚ ਕਹੀ ਹੈ ਕਿ ਕੈਪਟਨ ਅਮਰਿੰਦਰ ਤੇ ਮੋਦੀ ਕਿਸਾਨ ਮੁੱਦਿਆਂ ਤੇ ਮਿਲ ਕੇ ਦੋਸਤਾਨਾ ਮੈਚ ਖੇਡ ਰਿਹਾ ਹੈ। ਅੰਦਰੋਂ ਦੋਨੇ ਘਿਓ ਖਿਚੜੀ ਨੇ ਇਸ ਮੁੱਦੇ ਤੇ। ਚਲੋ ਉਹ ਤਾਂ ਕਹਿ ਸਕਦੇ ਆ, ਉਹਦੇ ਚ ਕੀ ਗੱਲ ਹੈ। ਇੱਕ ਦੂਜੇ ਲਈ ਪੋਲੀਟੀਕਲ ਲੋਕ ਕਹਿੰਦੇ ਹੀ ਹੁੰਦੇ ਆ। ਹੁਣ ਅਕਾਲੀ ਦਲ ਨੇ ਲੜਾਈ ਲੜਨੀ ਆ, ਅਕਾਲੀ ਦਲ ਵੀ ਕਹੂਗਾ ਅਸੀਂ ਵੀ ਮੈਦਾਨ ਚ ਉਤਰਾਂਗੇ, ਅਸੀਂ ਵੀ ਕੁਝ 100 ਗੱਲਾਂ ਕਹਾਂਗੇ, ਪਰ ਜ਼ਰੂਰੀ ਨਹੀਂ ਉਹ ਸਾਰੀਆਂ ਸੱਚ ਹੋਣ। ਉਹਨਾਂ ਤੋਂ ਤਾਂ ਜਨਤਾ ਨੇ ਦੇਖਣਾ ਕਿ ਕਿਹੜੀਆਂ ਸੱਚ ਨੇ ਕਿਹੜੀਆਂ ਝੂਠ ਨੇ। ਪਰ ਅਸੀਂ ਕੈਪਟਨ ਅਮਰਿੰਦਰ ਸਿੰਘ ਨਾਲ ਜੇ ਮਿਲੇ ਹੁੰਦੇ ਤਾਂ ਸਾਡੇ ਵਰਕਰਾਂ ਦਾ ਇਸ ਤਰ੍ਹਾਂ ਉਹ ਘਰਾਂ 'ਚ ਬੰਦ ਕਰਾਉਂਦੇ ਜਾਂ ਇਸ ਤਰ੍ਹਾਂ ਸਾਡੇ ਤੇ ਜ਼ੁਲਮ ਕਰਾਉਂਦੇ, ਸਾਡੇ ਵਿਧਾਇਕਾਂ ਨੂੰ ਨੰਗੇ ਕਰਦੇ। ਇਹ ਲੋਕਤੰਤਰ ਨੰਗਾ ਕੀਤਾ ਕੈਪਟਨ ਅਮਰਿੰਦਰ ਸਿੰਘ। ਚਲੋ ਇਸ ਮੁੱਦੇ ਤੇ ਮੈਂ ਜਵਾਬ ਲੈ ਲਾਂਗਾ ਬ੍ਰੇਕ ਤੇ ਜਾਣ ਤੋਂ ਪਹਿਲਾਂ। ਗਰੇਵਾਲ ਜੀ, ਇੱਕ ਹੋਰ ਅਹਿਮ ਜਿਹੜਾ ਸਵਾਲ ਹੈ ਜਿਹੜਾ ਇਸ ਮੁੱਦੇ ਨਾਲ ਹੀ ਸੰਬੰਧਿਤ ਹੈ, ਇਹ ਹੈ ਕਿ ਜਿੱਦਾਂ ਤੁਸੀਂ ਕਹਿ ਰਹੇ ਤਿੰਨੇ ਖੇਤੀ ਕਾਨੂੰਨਾਂ ਦੀ ਗੱਲ ਕਰਦੇ ਹੋ, ਉਸ ਮੁੱਦੇ ਤੇ ਇੱਕ ਲੰਬੀ ਚੌੜੀ ਬਹਿਸ ਹੈ ਜਿਹਦੇ ਤੇ ਕੋਈ ਸਿੱਟਾ ਨਹੀਂ ਨਿਕਲ ਪਾ ਰਿਹਾ। ਪਰ ਇਹ ਕਿਉਂ ਹੈ ਕਿ ਆਏ ਦਿਨ ਕਿਸਾਨਾਂ ਦੇ ਉੱਤੇ ਕੋਈ ਨਵਾਂ ਥੋੜਾ ਜਿਹੜਾ ਮਾਰ ਦਿੱਤਾ ਜਾਂਦਾ ਹੈ। ਹੁਣ ਆਹ ਜਿਹੜੀ ਆੜ੍ਹਤੀਆਂ ਵਾਲਾ ਮਾਮਲਾ ਹੈ, ਇਹ ਤਾਂ ਗਰੇਵਾਲ ਜੀ ਨਵਾਂ ਹੀ ਵਾਧੂ ਹੀ ਆ ਕੇ ਵਿੱਚ ਐਡ ਹੋ ਗਿਆ ਨਾ। ਇਹ ਤਾਂ ਤਿੰਨ ਖੇਤੀ ਕਾਨੂੰਨਾਂ 'ਚ ਵੀ ਸ਼ਾਮਲ ਨਹੀਂ ਸੀ। ਇਹੋ ਜਿਹੇ ਮਾਮਲੇ ਕਿਉਂ ਇਕੱਠੇ ਹੋ ਰਹੇ ਹੈ? ਸਰਦਾਰ ਜੀ, ਆੜ੍ਹਤੀਆਂ ਵਾਲਾ ਮਾਮਲਾ ਜਿਹੜਾ ਹੈਗਾ ਉਹ ਇਹ ਕੈਪਟਨ ਹੱਲ ਕਰਾਓ ਇਹਨੂੰ ਦੀ ਦੇਣ ਆ। ਇਹਨਾਂ ਨੇ ਟਾਈਮ ਸਿਰ ਨਹੀਂ ਉਸ ਗੱਲ ਨੂੰ ਐਡਰੈਸ ਕੀਤਾ ਔਰ ਕੇਂਦਰ ਸਰਕਾਰ ਨੂੰ ਜਵਾਬ ਨਹੀਂ ਦਿੱਤੇ। ਕਿੰਨੀਆਂ ਚਿੱਠੀਆਂ ਇਹਨਾਂ ਨੂੰ ਆ ਚੁੱਕੀਆਂ ਨੇ, ਇਹ ਉਹਨਾਂ ਦੇ ਜਵਾਬ ਨਹੀਂ ਦਿੰਦੇ। ਅਗਲੀ ਜਿਹੜੀ ਖਰੀਦ ਹੋਣੀ ਆ ਉਹਦੇ ਲਈ ਵੀ ਇਹ ਪੰਗਾ ਖੜਾ ਕਰਨਗੇ। ਕੈਪਟਨ ਅਮਰਿੰਦਰ ਸਿੰਘ ਜਾਣਬੁੱਝ ਕੇ ਸਰਕਾਰ ਨੂੰ ਬਦਨਾਮ ਕਰਦੇ, ਆਪਦਾ ਚੁਣਾਵ ਜਿੱਤਣ ਲਈ ਇਹ ਕੁਝ ਵੀ ਕਰ ਸਕਦੇ ਆ। ਇਹਨਾਂ ਨੂੰ ਨਾ ਕਿਸਾਨ ਦੇ ਨਾਲ, ਨਾ ਸੂਬੇ ਦੇ ਨਾਲ, ਨਾ ਕਿਸੇ ਚੀਜ਼ ਨਾਲ। ਸਰ ਉਹਦਾ ਪੋਲੀਟੀਕਲ ਤੌਰ ਤੇ ਪੋਲੀਟੀਕਲ ਤੌਰ ਤੇ ਗਰੇਵਾਲ ਜੀ ਬਿਲਕੁਲ ਜਿਹੜਾ ਹੈਗਾ ਭਾਜਪਾ ਵੀ ਕਹਿ ਸਕਦੀ ਹੈ, ਕਾਂਗਰਸ ਵੀ ਕਹਿ ਸਕਦੀ ਹੈ, ਪਰ ਕਿਉਂਕਿ ਕੇਂਦਰ 'ਚ ਜਿਹੜਾ ਫਰਮਾਨ ਆਇਆ ਉਹ ਤਾਂ ਭਾਜਪਾ ਦੀ ਸਰਕਾਰ ਵੱਲੋਂ ਆਇਆ ਨਾ ਜੀ, ਤਾਂ ਉਸ ਮੁੱਦੇ ਤੇ ਭਾਜਪਾ ਦੀ ਲੀਡਰਸ਼ਿਪ ਵੀ ਜਾ ਕੇ ਮਿਲ ਸਕਦੀ ਹੈ। ਤੁਸੀਂ ਵੀ ਜਾ ਕੇ ਮਿਲ ਸਕਦੇ ਹੋ, ਤੁਸੀਂ ਵੀ ਮਿਲ ਸਕਦੇ ਹੋ ਗਰੇਵਾਲ ਜੀ ਜਾ ਕੇ। ਇਹ ਸਟੇਟ ਗਵਰਨਮੈਂਟ ਦੀ ਅਸੀਂ ਤਾਂ ਕਹਿ ਹੀ ਰਹੇ ਹਾਂ ਜੀ, ਅਸੀਂ ਜਾਣਾ ਵੀ ਕਹਿਣਾ ਵੀ ਆ। ਮੰਤਰੀ ਜੀ ਨਾਲ ਮੇਰੀ ਗੱਲ ਵੀ ਹੋਈ ਆ। ਅਸੀਂ ਤਾਂ ਇਸ ਚੀਜ਼ ਦੇ ਹੱਕ 'ਚ, ਮੇਰੀ ਤਾਂ ਸਟੇਟਮੈਂਟ ਵੀ ਆਈ ਹੈ ਕਿ ਵੀ ਕਿਸਾਨਾਂ ਨੂੰ ਇਹਨਾਂ ਨੂੰ ਸਮਾਂ ਮਿਲਣਾ ਚਾਹੀਦਾ। ਆੜ੍ਹਤੀਆਂ ਨੂੰ ਸਮਾਂ ਦਵਾਓਗੇ ਗਰੇਵਾਲ ਜੀ ਕਿ ਜਿਹੜੀਆਂ ਪਿਛਲੀਆਂ ਡਿਬੇਟਾਂ 'ਚ ਆਪਾਂ ਦੇਖੋ ਲਗਾਤਾਰ ਇਹ ਕਹਿੰਦੇ ਕਿ ਮਸਲੇ ਹੱਲ ਹੋਣੇ ਚਾਹੀਦੇ ਹੈ। ਹੁਣ ਆੜ੍ਹਤੀਆਂ ਦਾ ਤਾਂ ਕਿਉਂਕਿ ਹੁਣ ਤਾਂ ਕਣਕ ਮੰਡੀਆਂ 'ਚ ਆ ਕੇ ਟਿਕਣ ਲੱਗ ਗਈ ਹੈ, ਇਹਨੂੰ ਰੁਕਵਾਓਗੇ? ਇਸ ਫਰਮਾਨ ਨੂੰ ਰੁਕਵਾਓਗੇ ਗਰੇਵਾਲ ਜੀ ਇਹਨੂੰ? ਓਕੇ, ਚਲੋ ਥੈਂਕ ਯੂ ਵੈਰੀ ਮਚ। ਆਪਾਂ ਨੂੰ ਇੱਕ ਬ੍ਰੇਕ ਲੈਣੀ ਪੈਣੀ ਹੈ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਸੇ ਮੁੱਦੇ ਤੇ ਆ ਰਹੇ ਹਾਂ। ਸਾਡੇ ਨਾਲ ਭਾਜਪਾ ਵੱਲੋਂ ਗਰੇਵਾਲ ਜੀ, ਅਕਾਲੀ ਦਲ ਵੱਲੋਂ ਟੀਨੂ ਜੀ, ਸੀਨੀਅਰ ਜਰਨਲਿਸਟ ਜਸਪਾਲ ਢਿੱਲੋਂ, ਤਿੰਨੇ ਪੈਨਲ ਤੇ ਜੁੜੇ ਹੋਏ ਆ। ਬਹੁਤ ਸਾਰੇ ਸਵਾਲ ਬਾਕੀ ਆਪਾਂ ਲਵਾਂਗੇ ਨਿੱਕੀ ਜਿਹੀ ਬ੍ਰੇਕ ਦੇ ਬਾਅਦ। ਨਜ਼ਰੀਆ ਦੀ ਡਿਬੇਟ ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ। ਟੀਨੂ ਜੀ, ਜਿਸ ਮੁੱਦੇ ਤੇ ਅਕਾਲੀ ਦਲ ਕਹਿ ਰਿਹਾ ਲਗਾਤਾਰ ਕਿ ਕੈਪਟਨ ਅਮਰਿੰਦਰ ਤੇ ਮੋਦੀ ਕਿਸਾਨਾਂ ਦੇ ਮੁੱਦੇ ਤੇ ਮਿਲ ਕੇ ਦੋਸਤਾਨਾ ਮੈਚ ਖੇਡ ਰਹੇ ਹੈ, ਪਰ ਗਰੇਵਾਲ ਜੀ ਦੇ ਕਹਿਣਾ ਜੇ ਇਹੋ ਜਿਹੀ ਗੱਲ ਹੁੰਦੀ ਤਾਂ ਪੰਜਾਬ 'ਚ ਸਾਡੇ ਵਰਕਰਾਂ ਤੇ ਕੁੱਟਾਂ ਕਿਉਂ ਪੈਂਦੀਆਂ ਤੇ ਸਾਡੇ ਤੇ ਕੇਸ ਕਿਉਂ ਬਣਦੇ। ਜਿੱਥੋਂ ਤੱਕ ਸਵਾਲ ਹੈ ਆੜ੍ਹਤੀਆਂ ਦਾ ਤੇ ਕਿਸਾਨਾਂ ਦਾ, ਉਹਨਾਂ ਨੇ ਕਿਹਾ ਇਸ ਮੁੱਦੇ ਦਾ ਹੱਲ ਵੀ
ਕਰਾਵਾਂਗੇ। ਇਸ ਮੁੱਦੇ ਤੇ ਮੈਂ ਜਵਾਬ ਚਾਹਾਂਗਾ। ਟੀਨੂ ਜੀ ਇੱਕ ਹੋਰ ਹੈ ਮਾਮਲਾ, ਉਹਦੇ ਤੇ ਆਪਾਂ ਬਾਅਦ ਚ ਗੱਲ ਕਰਦੇ ਹਾਂ। ਜੀ ਟੀਨੂ ਜੀ। ਹੈਲੋ ਜੀ। ਸਿੱਧੂ ਸਾਹਿਬ ਜੀ, ਦੇਖੋ, ਟੀਨੂ ਜੀ। ਪਹਿਲੀ ਗੱਲ ਤਾਂ ਮੈਂ ਜਿਹੜਾ ਪਹਿਲਾਂ ਗੱਲ ਕਹੀ ਆ ਨਾ ਵੀ ਪੰਜਾਬ ਭਾਜਪਾ ਦੀ ਲੀਡਰਸ਼ਿਪ ਨੂੰ ਕੇਂਦਰ ਸਰਕਾਰ ਨੇ ਦਰਕਿਨਾਰ ਕੀਤਾ ਹੈ। ਇਹਨਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ ਵਿਚਾਰਿਆਂ ਦੀ। ਇਸੇ ਕਰਕੇ ਇੱਥੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋ ਰਿਹਾ ਤੇ ਕੇਂਦਰ ਨੂੰ ਪਰਵਾਹ ਕੋਈ ਨਹੀਂ ਇਹਨਾਂ ਦੀ। ਤੇ ਕੇਂਦਰ ਦੀ ਜਿਹੜੀ ਸਿਟੀ ਆ ਉਹ ਪੰਜਾਬ 'ਚ ਕਾਂਗਰਸ ਦੀ ਸਰਕਾਰ ਨਾਲ, ਕੈਪਟਨ ਅਮਰਿੰਦਰ ਸਿੰਘ ਨਾਲ ਪੂਰੀ ਰਲੀ ਹੋਈ ਹੈ। ਤੁਸੀਂ ਚਾਹੇ ਵਿੱਤ ਕਮਿਸ਼ਨ ਲਾ ਲਓ, ਦੇਖੋ ਸਾਡੀ ਸਰਕਾਰ ਰਹੀ ਬੀਜੇਪੀ ਦੇ ਨਾਲ, ਸਾਂਝੀ ਅਕਾਲੀ ਦਲ ਦੀ, ਓਨੀ ਜ਼ਿਆਦੀ ਉਹਨਾਂ ਟਾਈਮ ਸਿਰ ਕਦੀ ਵਿੱਤ ਕਮਿਸ਼ਨ ਦੀਆਂ ਕਿਸ਼ਤਾਂ ਸਾਨੂੰ ਨਹੀਂ ਆਈਆਂ ਜਿੰਨੀਆਂ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਠਾ ਕਰਦੇ ਪੈਸੇ ਮੋਦੀ ਸਾਹਿਬ ਦੇ ਰਹੇ। ਤੇ ਜਦੋਂ ਬਿੱਲ ਪਾਰਲੀਮੈਂਟ ਵਿੱਚ ਆਉਣੇ ਸੀ ਉਦੋਂ ਵੀ ਤੁਹਾਨੂੰ ਪਤਾ ਵੀ ਪੰਜਾਬ ਦੇ MP ਉੱਥੋਂ ਵਾਕਆਊਟ ਕਰ ਗਏ ਸੀ ਤੇ ਕੈਪਟਨ ਅਮਰਿੰਦਰ ਸਿੰਘ ਵੀ ਉਹਨਾਂ ਹਾਈ ਪਾਵਰ ਕਮੇਟੀਆਂ ਦੇ ਮੈਂਬਰ ਸੀ। ਫਾਈਨੈਂਸ ਮਿਨਿਸਟਰ ਉਹਨਾਂ ਮੀਟਿੰਗ ਵਿੱਚ ਜਾ ਕੇ ਆਏ ਆ। ਫਿਰ ਪਾਰਲੀਮੈਂਟ ਦੇ ਫਲੋਰ ਦੇ ਉੱਤੇ ਵੀ ਜਿਹੜੇ ਮਿਸਟਰ ਦਾਂਡਵੇ ਆ ਕੇਂਦਰ ਦੇ ਵਜ਼ੀਰ, ਉਹਨਾਂ ਨੇ ਕਿਹਾ ਜੀ ਕੈਪਟਨ ਸਾਹਿਬ ਨੇ ਇਹਦੀ ਸਹਿਮਤੀ ਭਰੀ ਆ। ਸਾਨੂੰ ਉਹਨਾਂ ਨਾਂ ਲਿਆ ਪੰਜਾਬ ਦੇ ਚੀਫ ਮਿਨਿਸਟਰ ਦਾ, ਤੇ ਉਹਦੇ ਵੀ ਜਵਾਬ ਵਿੱਚ ਇਹਨਾਂ ਨੇ ਕੁਝ ਨਹੀਂ ਕੀਤਾ। ਕਿਉਂਕਿ ਦੇਖੋ ਕਾਂਗਰਸ ਸਰਕਾਰ ਨੂੰ ਤਾਂ 2018-19 ਚ ਪਤਾ ਲੱਗ ਗਿਆ ਸੀ ਇਹਨਾਂ ਬਿੱਲ ਬਾਰੇ, ਇਹਨਾਂ ਕਿਸਾਨ ਵਿਰੋਧੀ ਬਿੱਲਾਂ ਬਾਰੇ, ਲੇਕਿਨ ਇਹਨਾਂ ਨੇ ਆਣ ਕੇ ਪੰਜਾਬ 'ਚ ਚਰਚਾ ਨਹੀਂ ਕੀਤੀ ਕਿਉਂਕਿ ਇਹਨਾਂ ਦੀ ਗੱਲਬਾਤ ਉੱਪਰ ਤੈਅ ਹੋਈ ਸੀ। ਸੋ ਅੱਜ ਨੁਕਸਾਨ ਪੰਜਾਬ ਦਾ ਹੋ ਰਿਹਾ। ਅੱਜ ਪੰਜਾਬ ਦਾ ਕਿਸਾਨ ਵਿਚਾਰਾ ਜਿਹੜਾ ਪਰੇਸ਼ਾਨ ਆ, ਸੜਕਾਂ ਤੇ ਆ, ਬਾਰਡਰਾਂ ਤੇ ਜਿਹੜੇ ਧਰਨੇ ਦੇ ਰਿਹਾ। ਤੋ ਜਿਹੜੀ ਗੱਲ ਇਹ ਕਰਦੇ ਆ ਗਰੇਵਾਲ ਸਾਹਿਬ ਵੀ ਕਰਾ ਲਵਾਂਗੇ, ਉਹ ਭਾਈ ਕਦੋਂ? ਤੁਸੀਂ ਤਾਂ ਮੈਨੂੰ ਗਰੇਵਾਲ ਸਾਹਿਬ, ਮੈਂ ਤੁਹਾਨੂੰ ਸੁਣਦਿਆਂ ਨੂੰ ਮੈਨੂੰ ਵੀ ਸਾਲ ਹੋ ਚੱਲਿਆ ਵੀ ਕੋਈ ਮਸਲਾ ਨਹੀਂ ਤੁਹਾਡੇ ਕਹੇ ਤੇ ਹੱਲ ਹੋਇਆ। ਤੁਸੀਂ ਕਹਿੰਦੇ ਜ਼ਰੂਰ ਆ, ਤੁਹਾਨੂੰ ਟੈਲੀਫੋਨ ਜ਼ਰੂਰ ਪਿਊਸ਼ ਗੋਇਲ ਜੀ ਦਾ ਆਇਆ ਹੋਣਾ ਜੋ ਤੁਸੀਂ ਬਿਆਨ ਦਿੱਤਾ ਹੈ, ਪਰ ਉਹਨਾਂ ਨੇ ਟੈਲੀਫੋਨ ਤੇ ਤੁਹਾਨੂੰ ਕਿਸ ਤਰੀਕੇ ਨਾਲ ਮਨਾ ਕੀਤਾ ਹੋਣਾ ਜਾਂ ਚੁੱਪ ਕਰਾਇਆ ਹੋਣਾ ਇਹ ਤਾਂ ਤੁਸੀਂ ਜਾਣਦੇ ਆ। ਪਰ ਉਹ ਪੰਜਾਬ ਦੀ ਕੋਈ ਪੁੱਛ ਪ੍ਰਤੀਤ ਨਹੀਂ ਕਰਦੇ। ਕੇਂਦਰ ਵਾਲੇ ਤਾਂ ਇਸ ਵੇਲੇ ਬਹੁਤ ਸੱਤਾ ਦੇ ਨਸ਼ੇ ਵਿੱਚ ਇਸ ਵੇਲੇ ਆਫਰੇ ਪਏ ਆ ਤੇ ਪੰਜਾਬ ਦੀ ਪਰਵਾਹ ਨਹੀਂ ਮਾਰਦੇ ਉਹ। ਲੇਕਿਨ ਇਹਦਾ ਸਿੱਟੇ ਜਿਹੜੇ ਆ ਭੁਗਤਣੇ ਪੈਣਗੇ ਦੇਸ਼ ਨੂੰ ਵੀ। ਦੇਖੋ ਇੱਧਰ ਨੂੰ ਨਾ ਤੋਰੋ ਪੰਜਾਬ ਨੂੰ, ਪੰਜਾਬੀਆਂ ਨੂੰ। ਅੱਜ ਦੇਖ ਲਓ ਕਿਸਾਨੀ ਦੇ ਬਿੱਲਾਂ ਦੇ ਖਿਲਾਫ ਕੱਲਾ ਪੰਜਾਬ ਹੀ ਨਹੀਂ, ਹਰਿਆਣਾ, ਉੱਤਰ ਪ੍ਰਦੇਸ਼ 'ਚ ਵੀ ਇਹ ਗੱਲ ਵੱਧ ਗਈ ਆ। ਤੇ ਅੱਜ ਵੀ ਮੋਦੀ ਸਾਹਿਬ ਪ੍ਰਧਾਨ ਮੰਤਰੀ ਜੀ ਜ਼ਿੱਦ ਫੜ ਕੇ ਬੈਠੇ ਆ। ਕਾਹਦੀ ਜ਼ਿੱਦ ਆ? ਜਿਨ੍ਹਾਂ ਲੋਕਾਂ ਨੇ ਵੋਟਾਂ ਪਾ ਕੇ ਤੁਹਾਨੂੰ ਐਡੀ ਗੱਦੀ ਬਖਸ਼ ਦਿੱਤੀ ਹੈ, ਉਹਨਾਂ ਨਾਲ ਕਾਹਦੀ ਜ਼ਿੱਦ ਆ? ਇਹ ਤਾਂ ਤੁਹਾਡੀ ਪ੍ਰਜਾ ਹੈ ਤੇ ਪ੍ਰਜਾ ਤੰਤਰ ਵਿੱਚ ਲੋਕਾਂ ਨੂੰ ਮੰਨ ਲੈਣਾ ਚਾਹੀਦਾ। ਛੱਡ ਦਿਓ ਇਹ ਫੈਸਲੇ। ਆੜਤੀਆਂ ਵਾਲਾ ਜਿਹੜਾ ਫੈਸਲਾ ਲਿਆ ਕੇਂਦਰ ਨੇ, ਇਹ ਵੀ ਦੁਬਾਰਾ ਰਿਵਿਊ ਕਰ ਲਵੇ। ਕੋਈ ਜਿੱਦਾਂ ਡਾਕਟਰ ਸਾਹਿਬ ਨੇ ਕਿਹਾ, ਕੋਈ ਸਾਰਿਆਂ ਦੀ ਕਮੇਟੀ ਬਣਾ ਲਓ, ਡਿਸਕਸ਼ਨ ਕਰ ਲਓ, ਕੋਈ ਸਾਲ 6 ਮਹੀਨੇ ਦਾ ਟਾਈਮ ਰੱਖ ਕੇ ਫਿਰ ਕਿਸੇ ਵਿਚਾਰ ਤੇ ਆਓ ਵੀ ਕੀ ਕਰਨਾ ਅਸੀਂ। ਜੀ ਥੈਂਕ ਯੂ ਗਰੇਵਾਲ ਸਾਹਿਬ। ਜਸਪਾਲ ਢਿੱਲੋਂ ਜੀ ਵੀ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ, ਪਰ ਇੱਕ ਸਵਾਲ ਮੈਂ ਤੁਹਾਡੇ ਤੋਂ ਪਹਿਲਾਂ ਲਾਉਣਾ ਚਾਹੁੰਦਾ ਗਰੇਵਾਲ ਜੀ। ਜਿਸ ਮਾਮਲੇ ਤੇ ਟੀਨੂ ਜੀ ਨੇ ਕਿਹਾ ਹੈ ਕਿ ਆਪਣੀ ਪੰਜਾਬ ਦੀ ਉੱਥੇ ਭਾਜਪਾ ਦੀ ਪੁੱਛ ਪ੍ਰਤੀਤ ਕੋਈ ਨਹੀਂ, ਆਪਾਂ ਇਹ ਜ਼ਰੂਰ ਕਹਿੰਦੇ ਕਿ ਮਸਲੇ ਹੱਲ ਹੋਣਗੇ ਪਰ ਉੱਪਰ ਸੁਣਵਾਈ ਕੋਈ ਨਹੀਂ, ਇੱਕ ਗੱਲ। ਦੂਜਾ ਸਵਾਲ ਜਿਹੜਾ ਹੈਗਾ ਗਰੇਵਾਲ ਜੀ, ਮੈਂ ਇਹ ਵੀ ਲੈਣਾ ਚਾਹੁੰਦਾ ਕਿ ਜਿਹੜੀ ਕੇਂਦਰ ਨੇ ਹੁਣ ਇੱਕ ਚਿੱਠੀ ਲਿਖਤੀ ਪੰਜਾਬ ਸਰਕਾਰ ਨੂੰ ਕਿ ਪੰਜਾਬ ਦੇ ਜਿਹੜੇ ਪ੍ਰਵਾਸੀ ਬੰਧੂਆ ਮਜ਼ਦੂਰ ਹੈ ਉਸ ਮੁੱਦੇ ਤੇ ਉਹਨਾਂ ਨੇ ਕਿਹਾ ਕਿ ਮਾਮਲਾ ਜਿਹੜਾ ਹੈਗਾ ਪੜਤਾਲਿਆ ਜਾਵੇ। ਪੰਜਾਬ 'ਚ ਅੱਜ ਤੱਕ ਕਦੇ ਮਜ਼ਦੂਰਾਂ ਦੇ ਬੰਧੂਆ ਹੋਣ ਬਾਰੇ ਮਾਮਲੇ ਜਿਹੜੇ ਹੈਗੇ ਆ ਇੱਦਾਂ ਨਹੀਂ ਸਾਹਮਣੇ ਆਏ। ਪੰਜਾਬ ਨੂੰ ਤਾਂ ਵੱਖਰੇ ਨਜ਼ਰੀਏ ਤੋਂ ਦੇਖਿਆ ਜਾ ਰਿਹਾ। ਹੁਣ ਇਹ ਵੀ ਸੋਚਿਆ ਜਾ ਰਿਹਾ ਕਿ ਕਿਸਾਨੀ ਅੰਦੋਲਨ ਕਰਕੇ ਹੀ ਇਹ ਗੱਲ ਵੀ ਉਭਾਰੀ ਗਈ ਹੈ ਕਿ ਪ੍ਰਵਾਸੀ ਮਜ਼ਦੂਰ ਜਿਹੜੇ ਇੱਥੇ ਗੁਲਾਮ ਬਣਾ ਕੇ ਰੱਖੇ ਜਾ ਰਹੇ ਪੰਜਾਬ 'ਚ। ਇੱਦਾਂ ਕਿਉਂ ਹੋ ਰਿਹਾ ਪੰਜਾਬ ਦੇ ਨਾਲ ਗਰੇਵਾਲ ਜੀ? ਜਗਤਾਰ ਜੀ, ਅੱਜ ਤੋਂ 7-8 ਮਹੀਨੇ ਪਹਿਲਾਂ ਦੀ ਗੱਲ ਆ, BSF ਨੇ ਕੇਸ ਪਕੜਿਆ, ਉਸ ਤੋਂ ਬਾਅਦ ਹੋਰ ਵੀ ਪਕੜੇ, ਔਰ ਉਹਨਾਂ ਨੇ ਜਿਹਦੇ ਅੰਡਰ ਆ ਉਹ ਹੋਮ ਮਿਨਿਸਟਰੀ ਦੇਖਦੀ ਆ, ਉਹਨਾਂ ਦੇ DGP ਨੇ ਹੋਮ ਸੈਕਟਰੀ ਨੂੰ, ਸੈਂਟਰ ਦੇ ਨੂੰ ਲਿਖਿਆ ਕਿ ਵੀ ਇਸ ਤਰ੍ਹਾਂ ਦੀਆਂ ਗੱਲਾਂ ਅਸੀਂ ਪਕੜੀਆਂ ਨੇ ਇੱਥੇ। ਤੇ ਉਹਨਾਂ ਨੇ ਪੰਜਾਬ ਦੇ ਚੀਫ ਸੈਕਟਰੀ ਤੇ DGP ਨੂੰ ਇੱਕ ਲੈਟਰ ਲਿਖਤਾ। ਉਹ ਲੈਟਰ ਤੋਂ ਪੰਜਾਬ ਸਰਕਾਰ ਨੇ ਲੀਕ ਕਰਵਾਇਆ ਜਾਣਬੁੱਝ ਕੇ, ਇੱਕ ਆਪਸ 'ਚ ਵਿਵਾਦ ਬਣਾਉਣ ਦੇ ਲਈ। ਇਹ ਗਵਰਨਮੈਂਟ ਦੇ ਨਾਲ, ਸੈਂਟਰ ਦੀ, ਸਟੇਟ ਦੇ ਨਾਲ ਆਪਣੇ ਅਲੱਗ-ਅਲੱਗ ਡਿਪਾਰਟਮੈਂਟ ਸਮੇਂ-ਸਮੇਂ ਤੇ ਸੂਚਨਾਵਾਂ ਦਾ ਆਦਾਨ ਪ੍ਰਦਾਨ ਕਰਦੇ ਆ। ਇਹਦੇ 'ਚ ਇਹ ਕਹਿਣਾ ਕਿ ਵੀ ਪੰਜਾਬ ਨੂੰ ਅਕਿਊਜ਼ ਕਰਤਾ ਜਾਂ ਕਿਸਾਨਾਂ ਨੂੰ ਕੁਛ ਕਹਿਤਾ, ਉਹ ਕੋਈ ਗੱਲ ਨਹੀਂ ਹੈ। ਇੰਨੀਆਂ ਜ਼ਿਆਦਾ ਵੀ ਸੈਂਸਿਟਿਵ ਬੰਦੇ ਨੂੰ ਨਹੀਂ ਹੋਣਾ ਚਾਹੀਦਾ। ਦੂਸਰਾ, ਟੀਨੂ ਜੀ ਦੀ ਗੱਲ ਤੇ ਮੈਂ ਇਹ ਕਹੂੰਗਾ ਕਿ ਵੀ ਮੈਂ ਇਹ ਤਾਂ ਨਹੀਂ ਕਹਿੰਦਾ ਵੀ ਸਾਡੀ ਗੱਲ ਪੁੱਛਦੇ ਆ ਜਾਂ ਸਾਡੀ ਗੱਲ ਮੰਨ ਲੈਂਦੇ ਆ,
ਪਰ ਸਾਡੀ ਗੱਲ ਇੰਨਾ ਜ਼ਰੂਰ ਆ ਕਿ ਅਸੀਂ ਜਾ ਕੇ ਸੁਣਾਉਂਦੇ ਜ਼ਰੂਰ ਆ ਵਾਰ-ਵਾਰ। ਠੀਕ ਆ, ਸਾਨੂੰ ਬੁਲਾ ਕੇ ਅਲੱਗ-ਅਲੱਗ ਮਿਨਿਸਟਰ ਵੀ ਗੱਲ ਕਰਦੇ ਆ ਔਰ ਪ੍ਰਧਾਨ ਮੰਤਰੀ ਜੀ ਵੀ ਸੁਣਦੇ ਆ। ਮੈਂ ਪਿਛਲੇ ਦਿਨਾਂ 'ਚ 2 ਵਾਰ ਮਿਲ ਚੁੱਕਿਆ, ਜਦੋਂ ਫਿਰ ਚਾਹਾਂਗੇ ਫਿਰ ਮਿਲ ਲਾਂਗੇ, ਸਾਡੇ ਲੀਡਰ ਨੇ ਉਹ। ਪਰ ਉਹਦਾ ਕੋਈ ਇਹ ਮਤਲਬ ਨਹੀਂ ਹੁੰਦਾ ਕਿ ਸਾਡੀ ਡਾਇਰੈਕਸ਼ਨ ਨਾਲ ਹੀ ਸਰਕਾਰ ਚੱਲਦੀ ਹੈ, ਐਸਾ ਕੁਝ ਨਹੀਂ ਹੈ। ਨਾ ਕਿਸੇ ਵੀ ਸਟੇਟ ਦੀ ਡਾਇਰੈਕਸ਼ਨ ਨਹੀਂ ਚੱਲ ਰਹੀ ਉੱਥੇ, ਨਾ ਪੰਜਾਬ ਦੀ ਚੱਲ ਰਹੀ ਹੈ। ਉਹ ਆਪਣੇ ਆਪ ਦੇਖ ਕੇ ਉਹਨਾਂ ਨੇ ਵਿਵਸਥਾ ਚਲਾਉਣੀ ਹੈ। ਅਸੀਂ ਪਾਰਟੀ ਜੇ ਕੋਈ ਗੱਲ ਕਹਿਣੀ ਹੈ ਤਾਂ ਆਪਣੇ ਰਾਸ਼ਟਰੀ ਅਧਿਕਸ਼ ਨੂੰ ਕਹਿੰਦੇ ਆ, ਨੱਡਾ ਜੀ ਨੂੰ ਮਿਲ ਕੇ ਕਹਿ ਦਿੰਦੇ ਆ ਕਿ ਆਹ ਹੋਣਾ ਚਾਹੀਦਾ, ਆਹ ਗੱਲ ਸਾਡੇ ਸੈਂਟਰ ਮੰਤਰੀ ਨੂੰ ਕਹਿ ਦਿੰਦੇ ਆ, ਤਾਂ ਉਹ ਸੁਣਵਾਈ ਹੈਗੀ ਆ ਜਿਸ ਤਰ੍ਹਾਂ ਹਰ ਸਟੇਟ ਦੀ ਹੁੰਦੀ ਆ, ਉਹੀ ਪੰਜਾਬ ਦੀ ਵੀ ਹੈ। ਕੋਈ ਡਿਮੋਰਲਾਈਜ਼, ਇਹ ਤਾਂ ਦੂਜੀਆਂ ਪਾਰਟੀਆਂ ਵਰਕਰਸ ਨੂੰ ਡਿਮੋਰਲਾਈਜ਼ ਕਰਨ ਦੇ ਲਈ ਕਹਿੰਦੀਆਂ ਰਹਿੰਦੀਆਂ ਨੇ। ਉਸ ਤਰ੍ਹਾਂ ਹੀ ਟੀਨੂ ਜਿਹੜੇ ਬੜੇ ਸ਼ਡਿਊਲਡ ਪੋਲੀਟੀਸ਼ੀਅਨ ਆ, ਇਹ ਆਪਣੇ ਤਰੀਕੇ ਨਾਲ ਗੱਲ ਨੂੰ ਕਹਿ ਰਹੇ ਆ ਤੇ ਅਸੀਂ ਇਹਨਾਂ ਦੀ ਗੱਲ ਨੂੰ ਮੰਨ ਵੀ ਰਹੇ ਕੋਈ ਅਸੀਂ। ਚਲੋ ਓਕੇ, ਤੁਹਾਡੀ ਗੱਲ ਆ ਗਈ। ਗਰੇਵਾਲ ਜੀ ਤੁਸੀਂ ਬਣੇ ਰਹੋ ਸਾਡੇ ਨਾਲ। ਜਸਪਾਲ ਢਿੱਲੋਂ ਜੀ ਕਾਫੀ ਦੇਰ ਇੰਤਜ਼ਾਰ 'ਚ ਹੈ। ਜਸਪਾਲ ਢਿੱਲੋਂ ਜੀ, ਬੰਧੂਆ ਮਜ਼ਦੂਰਾਂ ਬਾਰੇ ਤੁਸੀਂ ਜ਼ਰੂਰ ਪੰਜਾਬ ਦੀ ਸਮੱਸਿਆ ਜੇ ਪੰਜਾਬ 'ਚ ਇਹ ਸਾਰਾ ਕੁਝ ਹੈਗਾ ਹੈ, ਜੇ ਪੰਜਾਬ 'ਚ ਜਸਪਾਲ ਜੀ ਹੈਗਾ ਤੇ ਯੂਪੀ ਹੋ ਰਿਹਾ, ਹਰਿਆਣੇ 'ਚ ਕੀ ਹੋ ਰਿਹਾ ਹੈ, ਕਿੱਥੇ ਔਰਤਾਂ ਦੇ ਰੇਪ ਹੋ ਰਿਹਾ ਹੈ, ਕਿਹੜੀ ਜਗ੍ਹਾ ਤੇ ਡਾਕੇ ਪੈ ਰਿਹਾ, ਕਿਹੜੀ ਜਗ੍ਹਾ ਤੇ ਗੈਂਗਸਟਰ ਹੈ। ਕੀ ਹੁਣ ਪੰਜਾਬ ਲਈ ਕੁਝ ਐਸੀ ਐਕਸਰੇ ਮਸ਼ੀਨ ਹੈ ਕਿ ਪੰਜਾਬ ਨੇ ਉਸ ਮਸ਼ੀਨ ਦੇ 'ਚ ਕੱਢਿਆ ਜਾ ਰਿਹਾ ਕਿ ਹੁਣ ਕੋਈ ਵੜ ਨਾ ਰਹਿ ਜੇ ਪੰਜਾਬ ਦਾ? ਜੀ ਜਸਪਾਲ ਢਿੱਲੋਂ ਜੀ, ਮੈਂ 2 ਗੱਲਾਂ ਕਹਾਂ। ਇੱਕ ਤੁਸੀਂ ਪਹਿਲਾਂ ਗੱਲ ਕੀਤੀ ਸੀ, ਉਹਦੇ ਵਿੱਚ ਟੀਨੂ ਸਾਹਿਬ ਨੇ ਗੱਲ ਕੀਤੀ ਹੈ ਕਿ ਜਿਹੜੇ ਖੇਤੀ ਕਾਨੂੰਨਾਂ ਬਾਰੇ ਵੀ ਪੰਜਾਬ ਦੇ ਮੁੱਖ ਮੰਤਰੀ ਬਿਲਕੁਲ ਗਏ ਨੇ। ਇਹਨਾਂ ਦੇ ਜਿਹੜੇ ਉਸ ਵੇਲੇ ਦੇ ਹੁੰਦੇ ਸੀ ਡਾਇਰੈਕਟਰ ਮਿਸਟਰ ਕਾਹਨ ਸਿੰਘ ਪੰਨੂ, ਉਹਨਾਂ ਨੇ ਵੀ ਇੱਕ ਵਿਸਥਾਰਕ ਰਿਪੋਰਟ ਪੰਜਾਬ ਸਰਕਾਰ ਨੂੰ ਭੇਜੀ ਸੀ ਕਿ ਇਹਨਾਂ ਖੇਤੀ ਦੇ ਕਾਨੂੰਨ ਆ ਲਿਆਂਦੇ ਜਾ ਰਹੇ ਆ। ਇਹਨਾਂ ਦੀ ਗੱਲ ਉਹ ਸਹੀ ਹੈਗੀ ਹੈ। ਮੈਂ ਦੂਜੀ ਗੱਲ ਇਹਨਾਂ ਨੂੰ ਇਹ ਪੁੱਛਦਾ, ਸਾਰੀਆਂ ਸਿਆਸੀ ਪਾਰਟੀਆਂ ਵਾਲਿਆਂ ਨੂੰ, ਜਦੋਂ 20 ਫਰਵਰੀ 2020 ਨੂੰ ਚੰਡੀਗੜ੍ਹ ਦੇ ਵਿੱਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਹੋਰਾਂ ਨੇ ਇੱਕ ਸਰਬ ਪਾਰਟੀ ਮੀਟਿੰਗ ਬੁਲਾਈ ਸੀ। ਇਹ ਆਰਡੀਨੈਂਸ ਤਾਂ 4 ਜੂਨ ਨੂੰ ਆਉਂਦੇ ਆ ਨਾ, ਉਹਨਾਂ ਨੇ ਤਾਂ 20 ਫਰਵਰੀ ਨੂੰ ਇਹਨਾਂ ਨੂੰ ਚਾਨਣ ਕਰਤਾ ਸੀ ਕਿ ਆਹ ਕਾਨੂੰਨ ਕੇਂਦਰ ਸਰਕਾਰ ਲਿਆ ਰਹੀ ਹੈ, ਪਰ ਇਹ ਸਾਰੇ ਕੁੰਭਕਰਨੀ ਨੀਂਦ ਸੁੱਤੇ ਰਹੇ। ਕਿਹੜੇ ਨੇ ਦੱਸੋ? ਨਾ ਕਾਂਗਰਸ ਨੇ, ਨਾ ਅਕਾਲੀਆਂ ਨੇ, ਨਾ ਲੋਕ ਇਨਸਾਫ ਪਾਰਟੀ ਨੇ, ਨਾ ਭਾਰਤੀ ਜਨਤਾ ਪਾਰਟੀ ਤਾਂ ਲਾਗੂ ਕਰਨ ਵਾਲੀ ਸੀ। ਇਹਨਾਂ ਨੇ ਕਿਹੜਾ ਉਹਦੇ ਤੇ ਕਦਮ ਚੁੱਕਿਆ ਹੈਗਾ? ਦੂਜੀ ਗੱਲ ਆ, ਜੋ ਤੁਸੀਂ ਬੰਧੂਆ ਮਜ਼ਦੂਰਾਂ ਬਾਰੇ, ਤੁਸੀਂ ਆਪ ਪਿੰਡ ਦੇ ਰਹਿਣ ਵਾਲੇ ਹੋ, ਐਡਾ ਵੱਡਾ ਪਿੰਡ ਹੈ ਭਾਈ ਰੂਪਾ ਤੁਹਾਡਾ। ਜਦੋਂ ਮਜ਼ਦੂਰਾਂ ਨੂੰ ਇੱਥੋਂ ਲਾਕਡਾਊਨ ਦੇ ਵਿੱਚ ਉਹ ਬਿਹਾਰ ਤੱਕ ਗੱਡੀਆਂ ਦੇ ਵਿੱਚ ਤੂੜੀ ਵਾਂਗੂ ਭਰ ਕੇ ਲਿਜਾਇਆ ਗਿਆ। ਇੱਕ ਲੜਕੀ ਫਰੀਦਾਬਾਦ ਤੋਂ ਸਾਈਕਲ ਦੇ ਉੱਤੇ ਆਪਣੇ ਬਿਮਾਰ ਬਾਪ ਨੂੰ ਦਰਭੰਗਾ ਤੱਕ ਲੈ ਕੇ ਗਈ, ਉਹਨਾਂ ਨੂੰ ਰੇਲ ਦੀਆਂ ਪਟੜੀਆਂ ਤੇ। ਇਸ ਤੋਂ ਇਲਾਵਾ ਉਹ ਮਤਲਬ ਬੱਸਾਂ ਦੇ ਥੱਲੇ ਆ ਗਏ, ਹੋਰਾਂ ਥਾਂ ਤੇ ਆ ਗਏ, ਕਈਆਂ ਦੇ ਜਨੇਪੇ ਰਸਤੇ ਦੇ ਵਿੱਚ ਹੋਏ। ਉਸ ਵੇਲੇ ਕੇਂਦਰ ਸਰਕਾਰ ਨੂੰ ਨਜ਼ਰ ਕਿਉਂ ਨਾ ਆਇਆ ਕਿ ਇਹ ਮਜ਼ਦੂਰ, ਇਹਨਾਂ ਦਾ ਕੋਈ ਪ੍ਰਬੰਧ ਕੀਤਾ ਜਾਂਦਾ? ਇਹ ਦੋਨੇ ਸਰਕਾਰਾਂ ਰਲ ਕੇ ਜਿੱਥੇ ਜਿੱਥੇ ਮਜ਼ਦੂਰ ਬੈਠੇ ਸੀ ਉਹਨਾਂ ਦਾ ਕੋਈ ਮੁੜ ਵਸੇਬਾ ਕੀਤਾ ਜਾਂਦਾ ਹੈ। ਇਹ ਵੀ ਦੱਸਿਆ ਜਾਵੇ ਕਿ ਜਿਹੜੇ ਇਹ ਬੱਚਿਆਂ ਨੂੰ ਚੁੱਕ ਕੇ ਉਹਨਾਂ ਦੇ ਹੱਥ ਪੈਰ ਤੋੜ ਕੇ ਉਹਨਾਂ ਤੋਂ ਭੀਖ ਮੰਗਾਉਂਦੇ ਨੇ, ਇਹ ਕੇਂਦਰ ਦੇ ਗ੍ਰਹਿ ਵਿਭਾਗ ਨੇ ਕਿੰਨੇ ਕੁ ਗਰੋਹ ਪੈਦਾ ਉਸ ਤਰ੍ਹਾਂ ਦੇ ਗਰੋਹ ਕਾਬੂ ਕਰ ਲਏ? ਬਿਨਾਂ ਮਤਲਬ ਤੋਂ ਗੱਲ ਕਰਨੀ, ਇਹ ਗੱਲ ਠੀਕ ਨਹੀਂ। ਅਸਲ ਸਮੱਸਿਆ ਦਾ ਕਾਰਨ ਇਹ ਹੈ ਜਗਤਾਰ ਜੀ, ਇਹ ਸਾਰੇ ਕੇਂਦਰ ਸਰਕਾਰ ਦੇ ਕੱਖ ਨਹੀਂ ਕਰਦੇ, ਨਾ ਮੰਤਰੀਆਂ ਦੇ ਪੱਲੇ ਕੁਛ ਹੈ। ਜਿਹੜੇ ਕਾਰਪੋਰੇਟ ਘਰਾਣਿਆਂ ਦੇ CEO ਇਹਨਾਂ ਨੂੰ ਰਿਪੋਰਟਾਂ ਲਿਆ ਦੇਈ ਜਾਂਦੇ ਆ, ਜ਼ਮੀਨੀ ਹਕੀਕਤਾਂ ਨੂੰ ਦੇਖਿਆ ਨਹੀਂ ਜਾਂਦਾ। ਠੰਡੇ ਕਮਰਿਆਂ 'ਚ ਬਹਿ ਕੇ ਗੱਲ ਕਰਦੇ ਨੇ। ਇਹੀ ਗੱਲ ਤੁਸੀਂ ਦੇਖੋ ਕਿ ਇਹ ਪਹਿਲਾਂ ਚਾਈਲਡ ਲੇਬਰ ਦੀ ਲੈ ਕੇ ਆਏ ਸੀ, ਹੁਣ ਚਾਹਾਂ ਦੀਆਂ ਦੁਕਾਨਾਂ ਤੇ, ਦੂਜੇ ਥਾਂ, ਤੀਜੇ ਥਾਂ, ਚੌਥੇ ਥਾਂ ਭੱਠਿਆਂ ਤੇ। ਉਸ ਕਮੇਟੀ ਦੇ ਵਿੱਚ ਮੈਂ ਵੀ ਮੈਂਬਰ ਸੀ, ਮੈਂ ਉਹਦੇ ਵਿੱਚ ਆਪਣੀ ਸਹਿਮਤੀ ਦਰਜ ਕਰਾਈ ਹੈ। ਉੱਥੋਂ ਭੱਠਿਆਂ ਤੇ ਗਏ, ਜਾ ਕੇ ਪਤਾ ਕੀਤਾ, ਉਹ ਕਹਿੰਦੇ ਜੀ ਵੀ 3000 ਰੁਪਇਆ ਅਸੀਂ ਦਿੰਦੇ ਆ ਨਾ ਬੱਚਿਆਂ ਨੂੰ, ਤੇ ਹਾੜੀ ਸੌਣੀ 2-2 ਵਰਦੀਆਂ, 3 ਟਾਈਮ ਦੀ ਰੋਟੀ ਦਿੰਦੇ ਆ। ਮੈਂ ਉੱਥੇ ਕਿਹਾ, ਮੈਂ ਕਿਹਾ ਤੁਸੀਂ ਇਸ ਤਰ੍ਹਾਂ ਕਰੋ, ਜੇ ਇਹਨਾਂ ਬੱਚਿਆਂ ਨੂੰ ਲਿਜਾਓਗੇ ਤਾਂ ਆਪਾਂ ਇਹਨਾਂ ਦਾ ਪ੍ਰਬੰਧ ਕੀ ਕੀਤਾ ਹੈ, ਇਹ ਤਾਂ ਪਤਾ ਲੱਗੇ। ਉਹ ਮੁੜ ਕੇ ਬੱਚੇ ਇੱਥੇ ਸ਼ਹਿਰਾਂ ਦੇ ਵਿੱਚ ਆ ਕੇ ਭੀਖ ਮੰਗਦੇ ਦੇਖੇ ਗਏ। ਉਹਦੇ ਨਾਲੋਂ ਉੱਥੇ ਕੰਮ ਕਰਦੇ ਚੰਗੇ ਨਹੀਂ ਸੀ। ਚੰਗਾ ਇਹ ਹੈ, ਭਾਵੇਂ ਉਹ ਕੇਂਦਰ ਦੇ ਕਾਨੂੰਨ ਨੇ, ਭਾਵੇਂ ਰਾਜਾਂ ਦੇ ਕਾਨੂੰਨ ਨੇ, ਕਿ ਉਹਨਾਂ ਨੂੰ ਪੜ੍ਹਾਉਣ ਦਾ ਪ੍ਰਬੰਧ ਕੀਤਾ ਜਾਵੇ। ਇੱਥੇ ਬਾਲਗਤਾ ਬੇਰੁਜ਼ਗਾਰੀ ਦਾ ਐਡਾ ਵੱਡਾ ਤੁਰਿਆ ਫਿਰਦਾ ਹੈ। ਗੱਲਾਂ ਅਸੀਂ ਕਰਦੇ ਹਾਂ ਇਹਨਾਂ ਮਜ਼ਦੂਰਾਂ ਦੀਆਂ। ਸਾਡੀਆਂ ਜਿਹੜੀਆਂ ਨੀਤੀਆਂ ਨੇ, ਜਦੋਂ ਤੱਕ ਨੀਤੀਆਂ ਜ਼ਮੀਨੀ ਹਕੀਕਤਾਂ ਮੁਤਾਬਕ ਨਹੀਂ ਹੋਣਗੀਆਂ, ਮੈਨੂੰ ਐਂ ਦੱਸੋ ਵੀ ਮੋਦੀ ਸਾਹਿਬ ਨੂੰ ਕਿਹੜੇ ਜੋਤਸ਼ੀ ਨੇ ਕਿਹਾ ਸੀ ਕਿ ਇੱਕ ਪਾਸੇ ਕਰੋਨਾ ਮਹਾਮਾਰੀ ਤੇ ਦੂਜੇ ਪਾਸੇ ਤੁਸੀਂ ਇਹ ਸਾਰਾ ਲੈ ਆਓ?
ਅੱਜ ਟੀਨੂ ਸਾਹਿਬ ਹੋਰੀ ਸਹੀ ਗੱਲ ਕਰਦੇ ਨੇ, ਲੇਕਿਨ ਜੇ ਇਹਨਾਂ ਨੇ ਵੀ ਗੱਲ ਸਹੀ ਟਾਈਮ ਕੀਤੀ ਹੁੰਦੀ, 4 ਜੂਨ ਤੋਂ ਲੈ ਕੇ 12 ਸਤੰਬਰ ਤੱਕ ਇਹਨਾਂ ਦੀ ਪਾਰਟੀ ਨੇ ਇਹਨਾਂ ਖੇਤੀ ਕਾਨੂੰਨਾਂ ਦੇ ਉੱਤੇ ਡਟ ਕੇ ਪਹਿਰਾ ਦਿੱਤਾ। ਬਜ਼ੁਰਗ ਸਿਆਸਤਦਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਬਿਆਨ ਦਵਾਇਆ ਉਦੋਂ ਕਿ ਹਾਂ ਜੀ ਇਹ ਕਾਨੂੰਨ ਤਾਂ ਬਹੁਤ ਵਧੀਆ ਨੇ। ਪ੍ਰਧਾਨ ਸਾਹਿਬ ਨੇ ਇੱਕ ਤੋਮਰ ਦੀ ਚਿੱਠੀ ਲੋਕਾਂ 'ਚ ਦਿਖਾਈ MSP ਦੀ, ਵੀ ਆ MSP ਤੋਂ ਥੱਲੇ ਨਹੀਂ ਹੋਊਗੀ। 23 ਫਸਲਾਂ ਦੀ MSP ਸਰਕਾਰ ਮਿਲਦੀ ਹੈ। ਪਿਛਲੀ ਵਾਰ ਮੱਕੀ ਦੀ 1850 ਹੈ ਤੇ ਪੰਜਾਬ ਦੀ ਧਰਤੀ ਦੇ ਉੱਤੇ ਉਹ ਕਿਤੇ 800 ਤੋਂ ਵੱਧ ਨਹੀਂ ਵਿਕੀ। ਸੋ ਜ਼ਮੀਨੀ ਹਕੀਕਤਾਂ ਹੋਰ ਨੇ, ਪਾਰਲੀਮੈਂਟਾਂ 'ਚ ਬੈਠ ਕੇ ਜਾਂ ਉੱਪਰਲੇ ਪਾਸੇ ਬੈਠ ਕੇ ਗੱਲਾਂ ਹੋਰ ਹੁੰਦੀਆਂ ਨੇ। ਜਦੋਂ ਤੱਕ ਸਾਡੇ ਸਿਆਸਤਦਾਨ ਲੋਕਾਂ ਦੀ ਤਰਜਮਾਨੀ ਨਹੀਂ ਕਰਨਗੇ, ਹੁਣ ਵੀ ਤੁਸੀਂ ਦੇਖ ਲਓ ਕਿ ਕੀ ਅਕਾਲੀ ਦਲ ਟਿਕਟਾਂ ਐਲਾਨ ਕੇ ਲੋਕਾਂ ਦੀ ਤਰਜਮਾਨੀ ਕਰ ਰਿਹਾ ਹੈ ਜਾਂ ਆਪਣੀ ਪਾਰਟੀ ਦੀ ਪੋਲੀਟੀਕਲ ਅਫੇਅਰ ਕਮੇਟੀ ਦੇ ਵਿੱਚ ਕੋਈ ਗੱਲ ਰੱਖ ਰਿਹਾ ਹੈ। ਇਹਨਾਂ ਨੂੰ, ਜੇ ਇਹਨਾਂ ਨੇ 2022 ਦੀ ਚੋਣ ਲੜਨੀ ਹੈ, ਜਿਹੜੀਆਂ ਗਲਤੀਆਂ 2017 ਚ ਇਹਨਾਂ ਦੀ ਪਾਰਟੀ ਤੋਂ ਜਾਣੇ ਅਣਜਾਣੇ ਚ ਹੋ ਗਈਆਂ ਨੇ, ਉਹਨਾਂ ਦਾ ਕੋਈ ਜਵਾਬ ਲਿਆ ਕੇ ਲੋਕ ਕਚਹਿਰੀ ਵਿੱਚ ਜਾਣਾ ਪਵੇਗਾ। ਭਾਵੇਂ ਆਰਟੀਆਂ ਦਾ ਮਸਲਾ ਹੈ, ਭਾਵੇਂ ਜਿਹੜਾ ਚਾਈਲਡ ਲੇਬਰ ਦਾ ਮਸਲਾ ਹੈਗਾ, ਇਸ ਨੂੰ ਸਰਕਾਰਾਂ ਲਾਗੂ ਕਰਨ ਤੋਂ ਪਹਿਲਾਂ ਖੁੱਲੇ ਮਨ ਨਾਲ ਡਿਬੇਟ ਕਰਾਉਣ, ਉਹਦੇ ਵਿੱਚੋਂ ਜਿਹੜੀ ਸਰਬ ਸਾਂਝੀ ਰਾਏ ਆਵੇ ਉਹ ਆਪਾਂ ਜਵਾਬ ਲੈਣੇ ਜੀ। ਥੈਂਕ ਯੂ ਟੀਨੂ ਜੀ। ਇਸ ਮੁੱਦੇ ਤੇ ਮੈਂ ਤੁਹਾਡੇ ਕੋਲੋਂ ਜਵਾਬ ਲੈਣਾ ਚਾਹਾਂਗਾ। ਜੋ ਢਿੱਲੋਂ ਸਾਹਿਬ ਨੇ ਕਿਹਾ, ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਆਪਣੀ ਪੀੜ੍ਹੀ ਹੇਠਾਂ ਵੀ ਸੋਟਾ ਫੇਰਨ ਦੀ ਲੋੜ ਹੈ। ਤੇ ਠੀਕ ਹੈ ਕਿ ਮੋਦੀ ਸਰਕਾਰ ਤੇ ਸਵਾਲ ਤਾਂ ਉੱਠ ਹੀ ਰਹੇ ਹੈ, ਪਰ ਜਿਸ ਤਰ੍ਹਾਂ ਬਾਦਲਾਂ ਨੇ ਜਾਂ ਅਕਾਲੀ ਦਲ ਨੇ ਵੀ ਜਿਹੜਾ ਹੈਗਾ ਇਹਨਾਂ ਖੇਤੀ ਕਾਨੂੰਨਾਂ ਦੀ ਹਮਾਇਤ ਕੀਤੀ, ਤੇ ਜਿਸ ਢੰਗ ਦੇ ਨਾਲ ਤਰਜਮਾਨੀ ਹੋਣੀ ਚਾਹੀਦੀ ਹੈ ਲੋਕਾਂ ਦੀ, ਚਾਹੇ ਬੰਧੂਆਂ ਮਜ਼ਦੂਰਾਂ ਦੀ ਗੱਲ ਹੈ, ਚਾਹੇ ਲੇਬਰ ਦੀ ਗੱਲ ਹੈ, ਉਹਨਾਂ ਮੁੱਦਿਆਂ ਤੇ ਉਹ ਕਾਰਗੁਜ਼ਾਰੀ ਸਾਹਮਣੇ ਨਹੀਂ ਆਉਂਦੀ, ਜਿਹਦੇ ਕਰਕੇ ਜਿਹੜਾ ਹੈਗਾ ਇਹਨਾਂ ਪੋਲੀਟੀਕਲ ਪਾਰਟੀਆਂ ਤੇ ਸਵਾਲ ਉੱਠਣੇ ਸੁਭਾਵਿਕ ਹੈ। ਜੀ ਸਿੱਧੂ ਸਾਹਿਬ, ਦੇਖੋ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਪੰਜਾਬ ਦੀ, ਤੇ ਪਹਿਲਾਂ ਤਾਂ ਲੋਕ ਜਾਣਦੇ ਆ ਵੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੁੰਦੀ ਸੀ ਤਾਂ ਕਾਂਗਰਸ ਤੋੜ ਦਿੰਦੀ ਸੀ, ਕਾਂਗਰਸ ਵਿੱਚ ਇੰਟਰਫੇਅਰ ਕਰਕੇ ਉਹਨੂੰ ਤੋੜ ਦਿੰਦੀ ਸੀ, ਚੱਲਣ ਨਹੀਂ ਦਿੰਦੀ ਸੀ। ਤੇ ਸਾਨੂੰ ਕੇਂਦਰ 'ਚ ਕੋਈ ਸਟਰੋਂਗ ਭਾਈਵਾਲ ਦੀ ਕੇਂਦਰੀ ਪਾਰਟੀ ਦੀ ਲੋੜ ਸੀ, ਤੇ ਅਸੀਂ ਮਜਬੂਰ ਵੀ ਸੀ, ਤੇ ਅਸੀਂ ਕਾਂਗਰਸ ਦੇ ਇਹ ਕੁਸ਼ਾਸਨ ਤੇ ਕਰਪਟ ਨੀਤੀਆਂ ਦਾ ਮੁਕਾਬਲਾ ਕਰਨ ਲਈ ਅਸੀਂ ਬੀਜੇਪੀ ਦਾ ਅਸੀਂ ਸਾਥ ਲਿਆ। ਇਹ ਠੀਕ ਹੈ ਕਿ 23-24 ਸਾਲ ਸਾਡਾ ਸਾਥ ਨਿਭਿਆ, ਉਹ ਪੰਜਾਬ ਦੇ ਉਹਨਾਂ ਹਾਲਾਤਾਂ 'ਚ ਜ਼ਰੂਰੀ ਵੀ ਸੀ, ਕਿਉਂਕਿ ਇੱਥੇ ਇਹ ਪੰਜਾਬ ਡਿਸਟਰਬ ਸਟੇਟ ਸੀ ਤੇ ਇੱਥੇ ਅਮਨ ਸ਼ਾਂਤੀ ਦੀ ਬਹੁਤ ਵੱਡੀ ਲੋੜ ਸੀ, ਭਾਈਚਾਰਕ ਸਾਂਝ ਦੀ ਲੋੜ ਸੀ। ਉਹਨਾਂ ਹਾਲਾਤਾਂ ਨੂੰ ਦੇਖ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਫੈਸਲਾ ਲਿਆ, ਅਸੀਂ ਬੀਜੇਪੀ ਨਾਲ ਪੋਲੀਟੀਕਲ ਅਲਾਈਅੰਸ ਕੀਤਾ ਔਰ ਅਸੀਂ ਸਰਕਾਰ ਚਲਾਈ। ਅਸੀਂ ਪੰਜਾਬ ਨੂੰ ਵਿਕਾਸ ਦੇ ਰਸਤੇ ਤੇ, ਪੰਜਾਬ ਨੂੰ ਭਾਈਚਾਰਕ ਸਾਂਝ ਦੇ ਰਸਤੇ ਤੇ ਲੈ ਕੇ ਆਏ ਔਰ ਅਸੀਂ ਕੰਮ ਵੀ ਕਰਕੇ ਦਿਖਾਏ। ਤੇ ਇਹ ਜਦੋਂ ਇੱਕ ਬੀਜੇਪੀ ਬਿੱਲ ਲੈ ਕੇ ਆਉਂਦੀ ਹੈ, ਮੈਨੂੰ ਜਵਾਬ ਪੂਰਾ ਕਰ, ਜਦੋਂ ਬੀਜੇਪੀ ਬਿੱਲ ਲੈ ਕੇ ਆਉਂਦੀ ਹੈ, ਸਤੰਬਰ 'ਚ ਆਰਡੀਨੈਂਸ ਲੈ ਕੇ ਆਉਂਦੀ ਹੈ, ਦੇਖੋ ਅਸੀਂ ਇੱਕ ਪੁਰਾਣੇ ਸਾਥੀ ਦੇ ਤੌਰ ਤੇ ਅਸੀਂ ਉਹਨਾਂ ਨੂੰ ਅੰਦਰ ਬੈਠ ਕੇ ਇਹ ਗੱਲ ਕਹੀ ਕਿ ਇਹ ਬਿੱਲ ਜਿਹੜੇ ਕਿਸਾਨੀ ਦੇ ਖਿਲਾਫ ਨੇ। ਸਾਨੂੰ ਉਸ ਵੇਲੇ ਇਹ ਕਿਹਾ ਗਿਆ ਕਿ ਜਦੋਂ ਬਿੱਲ ਪਾਰਲੀਮੈਂਟ ਵਿੱਚ ਆਉਣਗੇ, ਤੁਸੀਂ ਜਿਸ ਤਰ੍ਹਾਂ ਕਹੋਗੇ, ਜਿਸ ਤਰ੍ਹਾਂ ਕਿਸਾਨ ਕਹਿਣਗੇ, ਅਸੀਂ ਕਰ ਲਵਾਂਗੇ। ਤੇ ਹੁਣ ਅਸੀਂ ਆਰਡੀਨੈਂਸ ਲੈ ਕੇ ਆ ਰਹੇ ਹਾਂ, ਤੇ ਵਿੱਚੋਂ ਸਾਨੂੰ ਇਹ ਵੀ ਗਰੰਟੀ ਭਰੋਸਾ ਦਿੱਤਾ ਗਿਆ ਕਿ ਅਸੀਂ ਜਿੱਦਾਂ ਤੁਸੀਂ ਕਹੋਗੇ, ਤੁਸੀਂ ਸਾਡੇ ਪੁਰਾਣੇ ਸਾਥੀ, ਅਸੀਂ ਕਰਾਂਗੇ। ਲੇਕਿਨ ਐਂਡ ਤੇ ਆਣ ਕੇ ਜਦੋਂ ਪਾਰਲੀਮੈਂਟ ਵਿੱਚ ਇਹਨਾਂ ਨੇ ਬਿੱਲ ਟੇਬਲ ਕਰ ਦਿੱਤੇ, ਤੇ ਉਸ ਵੇਲੇ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਉੱਤੇ ਫੈਸਲਾ ਲੈਣਾ ਪਿਆ। ਇਹ ਠੀਕ ਹੈ ਕਿ ਅਸੀਂ ਜੇ ਪਹਿਲਾ ਫੈਸਲਾ ਲੈ ਜਾਂਦੇ ਆਰਡੀਨੈਂਸ ਦੇ ਵੇਲੇ, ਫਿਰ ਲੋਕਾਂ ਨੇ ਕਹਿਣਾ ਸੀ ਇਹ ਵਿੱਚ ਬੈਠ ਕੇ ਕਿਉਂ ਨਹੀਂ ਲੜੇ, ਇਹ ਤਾਂ ਪਹਿਲਾਂ ਹੀ ਭੱਜਿਆ ਹੈ ਬਾਹਰ। ਦੇਖੋ ਦੋਨੋਂ ਪਾਸੇ ਇਹ ਜਿਹੜਾ ਫੇਸ ਕਰਨਾ ਪੈਂਦਾ। ਤੇ ਅਸੀਂ ਪਾਰਲੀਮੈਂਟ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਟਰੋਂਗਲੀ ਸਟੈਂਡ ਲਿਆ, ਅਸੀਂ ਉਹਦੇ ਖਿਲਾਫ ਵੋਟ ਵੀ ਪਾਈ, ਅਸੀਂ ਸਾਥ ਵੀ ਛੱਡਿਆ, ਅਸੀਂ ਮਿਨਿਸਟਰੀ ਵੀ ਛੱਡੀ, ਅਸੀਂ ਬੀਜੇਪੀ ਨਾਲ 23-24 ਸਾਲ ਦਾ ਨਾਤਾ ਵੀ ਤੋੜ ਦਿੱਤਾ। ਜੀ ਬਿਲਕੁਲ ਟੀਨੂ ਜੀ, ਤੁਹਾਡਾ ਦਾਵਾ ਹੈਗਾ, ਆਉਣ ਵਾਲਾ ਸਮਾਂ ਵੀ ਇਸ ਦਾਅਵੇ ਨੂੰ ਪਰਖੇਗਾ। ਜਸਪਾਲ ਜੀ, ਜਿਸ ਮੁੱਦੇ ਤੇ ਟੀਨੂ ਜੀ ਨੇ ਕਮੈਂਟਸ ਦਿੱਤੇ ਹੈ, ਤੁਸੀਂ ਕਹਿਣਾ ਚਾਹੋਗੇ ਕਿ ਜਿਹੜੇ ਮਸਲੇ ਅਕਾਲੀ ਦਲ ਦੇ ਅੱਗੇ ਵੀ ਖੜੇ ਹੈ, ਜਿਨ੍ਹਾਂ ਨੂੰ ਹੱਲ ਕੀਤੇ ਬਗੈਰ ਅੱਗੇ ਵਧਣਾ ਔਖਾ ਨਜ਼ਰ ਆਉਂਦਾ ਹੈ? ਦੇਖੋ ਟੀਨੂ ਸਾਹਿਬ ਵੱਡੇ ਭਰਾ ਨੇਗੇ, ਮੈਂ ਸਤਿਕਾਰ ਕਰਦਾ ਇਹਨਾਂ ਦਾ। ਇਹ ਆਪਣਾ ਜਦੋਂ ਪਟਿਆਲੇ ਆਉਂਦੇ ਹੁੰਦੇ ਸੀ, ਮੈਂ ਇਹਨਾਂ ਨੂੰ ਮਿਲਦਾ ਵੀ ਰਿਹਾ ਹੈਗਾ, ਇਹਨਾਂ ਦੀਆਂ ਪ੍ਰੈਸ ਕਾਨਫਰੰਸਾਂ ਵੀ ਅਟੈਂਡ ਕੀਤੀਆਂ ਨੇਗੀਆਂ।
ਔਰ ਜੀ। ਬੜੇ ਵਧੀਆ ਤਰੀਕੇ ਨਾਲ ਰਾਜਸੀ ਇਹਨਾਂ ਦਾ ਜੀਵਨ ਹੈ ਜਿਹੜਾ ਉਹਨੂੰ ਸਲਾਮ ਕਰਦੇ ਹਾਂ। ਸੋ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਸਮਝੌਤਾ ਹੋਇਆ ਸੀ, ਇਹ ਕੁਰਸੀ ਦਾ ਸਮਝੌਤਾ ਸੀ ਵੀ ਕੁਰਸੀ ਕਿਵੇਂ ਬਚ ਸਕਦੀ ਹੈ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ। ਲਾਲ ਕ੍ਰਿਸ਼ਨ ਅਡਵਾਨੀ ਆਪਣੀ ਕਿਤਾਬ ਦੇ ਵਿੱਚ ਲਿਖਦੇ ਆ ਕਿ ਜਿਹੜਾ ਬਲੂ ਸਟਾਰ ਆਪਰੇਸ਼ਨ ਸੀਗਾ ਇੰਦਰਾ ਗਾਂਧੀ ਤਾਂ ਕਰਦੀ ਨਹੀਂ ਸੀ, ਅਸੀਂ ਕਰਾਇਆ। ਅਸੀਂ ਹੁਣ ਤੱਕ ਰੱਟ ਇਹ ਲਾਈ ਹੈ ਕਿ ਦੇਖੋ ਜੀ ਸਾਡੇ ਗੁਰਧਾਮ ਉਹ ਕਰਤੇ। ਫਿਰ ਜਿਹੜਾ ਬੰਦਾ ਕਤਲ ਦੇ ਵਿੱਚ ਲਲਕਾਰਾ ਮਾਰਦਾ ਹੈ ਉਹ ਵੀ ਤਾਂ ਬਰਾਬਰ ਦਾ ਦੋਸ਼ੀ ਹੁੰਦਾ ਨਾ। ਦੂਜੀ ਚੀਜ਼ ਜਿਹੜੀ ਇਹਨਾਂ ਨੇ ਕਿਹਾ ਵੱਧ ਅਧਿਕਾਰਾਂ ਦੀ, ਮੈਂ ਟੀਨੂ ਸਾਹਿਬ ਨੂੰ ਥੋੜਾ ਜਿਹਾ ਦੱਸ ਦਿਆਂ ਕਿ ਇਹ ਵਾਜਪਾਈ ਸਰਕਾਰ ਵੇਲੇ ਦਿੱਤੇ ਗਏ ਸੀ ਵੱਧ ਅਧਿਕਾਰ ਪਹਾੜੀ ਰਾਜਾਂ ਨੂੰ। ਉਸ ਵੇਲੇ ਸਰਦਾਰ ਸੁਖਬੀਰ ਸਿੰਘ ਬਾਦਲ ਉੱਥੇ ਸਨਅਤ ਦੇ ਡਿਪਟੀ ਆਪਣਾ ਰਾਜ ਮੰਤਰੀ ਸੀਗੇ। ਉਸ ਵੇਲੇ ਇਹ ਅਧਿਕਾਰ ਦਿੱਤੇ ਗਏ ਸੀ ਔਰ ਕੇਂਦਰ ਦੇ ਵਿੱਚ, ਔਰ ਅਸੀਂ ਉਹਦਾ ਕੋਈ ਵਿਰੋਧ ਨਹੀਂ ਕੀਤਾ। ਉਹਨਾਂ ਤੇ ਸਹੀ ਪਾਈ। ਜੇ ਅਸੀਂ ਆਪਣੇ ਰਾਜਾਂ ਪ੍ਰਤੀ ਸੰਸੀਅਰ ਹੋਈਏ, ਇਹ ਰਾਜਸੀ ਪਾਰਟੀਆਂ ਪੁਰਾਣੀਆਂ, ਜਿਵੇਂ ਗਿਆਨੀ ਕਰਤਾਰ ਸਿੰਘ ਨੂੰ ਕਿਹਾ ਗਿਆ ਸੀ ਨਾ ਕਿ ਤੁਹਾਡੀ ਸਰਕਾਰ ਬਦਲ ਗਈ, ਕੋਠੀ ਖਾਲੀ ਕਰਨੀ ਪਊ, ਉਹਨਾਂ ਨੇ 2 ਕਸ਼ਹਿਰੇ ਤੇ 2 ਜਿਹੜੇ ਕੁੜਤੇ ਚੱਕੇ, ਕਹਿੰਦੇ ਲਓ ਭਾਈ ਸਾਹਬੋ ਆਪਦੀ ਕੋਠੀ। ਉਸ ਤਰ੍ਹਾਂ ਦਾ ਨਹੀਂ ਹੁੰਦਾ। ਅੱਜ ਦੇ ਵਿੱਚ ਬਦਲਾਅ ਪੈ ਗਿਆ। ਮੈਂ ਇੱਕ ਗੱਲ ਨਾਲ ਟੀਨੂ ਸਾਹਿਬ ਦੀ ਨਾਲ ਸਹਿਮਤ ਹਾਂ ਕਿ ਖੇਤਰੀ ਪਾਰਟੀਆਂ ਦੀ ਭੂਮਿਕਾ ਹਮੇਸ਼ਾ ਅਹਿਮ ਰਹੇ। ਇਹ ਪਾਰਟੀ ਜਿੰਨੀ ਮਜ਼ਬੂਤ ਹੋਵੇਗੀ ਉਹ ਰਾਜ ਵਾਸਤੇ ਫਾਇਦੇਮੰਦ ਹੁੰਦੀ ਹੈ, ਪਰ ਬਸ਼ਰਤ ਹੈ ਕਿ ਅਸੀਂ ਸਾਰਾ ਕੁਝ ਮੇਰਾ ਤੇ ਨਾ ਕਰੀਏ, ਕੁਝ ਲੋਕਾਂ ਦਾ ਕਰਨ ਦਾ ਯਤਨ ਕਰੀਏ। ਜਦੋਂ ਅਸੀਂ ਪਹਿਲਾਂ ਪੁਰਾਣਾ ਜ਼ਮਾਨਾ ਹੁੰਦਾ ਸੀ ਕਿ ਭਾਵੇਂ ਅਕਾਲੀ ਦਲ ਆ ਭਾਵੇਂ ਕੋਈ ਹੋਰ ਪਾਰਟੀ ਹੈ, ਉਹ ਬੰਦਿਆਂ ਨੂੰ ਕਈ ਸਾਲ ਤਾਂ ਦਰੀਆਂ ਵਿਛਵਾਈ ਜਾਂਦੇ। ਅੱਜ ਮਹੱਲੇ 'ਚ ਪਤਾ ਨਹੀਂ ਹੁੰਦਾ, 2 ਫੋਟੋਆਂ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਮਜੀਠੀਆ ਸਾਹਿਬ ਤੇ ਉਹਦੀ ਇਕੱਲੇ ਦੀ ਲੱਗੀ ਹੁੰਦੀ ਆ ਵੱਡੀ ਸੀਨੀਅਰ ਅਕਾਲੀ ਆਗੂ। ਮਹੱਲੇ ਨੂੰ ਪਤਾ ਨਹੀਂ ਹੁੰਦਾ ਵੀ ਉਹ ਕੌਣ ਹੈ। ਇਹੀ ਕਾਂਗਰਸੀ ਕਰਦੇ ਆ, ਇਹੀ ਹੋਰ ਪਾਰਟੀਆਂ ਕਰਦੀਆਂ ਨੇ। ਅਸਲ ਦੇ ਵਿੱਚ ਜਿਹੜੀ ਰਾਜਨੀਤੀ ਦੇ ਉੱਤੇ ਜਿਵੇਂ ਸੇਵਾ ਮੰਗੀ ਗਈ ਸੀ ਨਾ, ਉਹ ਸੇਵਾ ਮਨਫੀ ਹੋ ਗਈ ਹੈ। ਜੇ ਇਸੇ ਕਰਕੇ ਅੱਜ ਦੇ ਵਿੱਚ ਜਾ ਰਹੇ ਨੇ। ਦੇਖੋ, ਸ਼੍ਰੋਮਣੀ ਅਕਾਲੀ ਦਲ ਇੱਕ ਸਿਆਸੀ ਪਾਰਟੀ ਹੈ। ਹਰ ਸਿਆਸੀ ਪਾਰਟੀ ਦਾ ਹੱਕ ਹੈ ਕਿ ਉਹਨੇ ਕਿਵੇਂ ਆਪਦੀ ਪਰਫਾਰਮੈਂਸ ਦਿਖਾ ਕੇ ਆਪਣੇ ਆਪ ਨੂੰ ਸਭਾ ਦੇ ਵਿੱਚ ਲੈ ਕੇ ਆਉਣੇਗਾ। ਪਰ ਇੱਕ ਗੱਲ ਮੈਂ ਜ਼ਰੂਰ, ਇਹ ਟੀਨੂ ਸਾਹਿਬ ਵੀ ਮੇਰੇ ਨਾਲ ਸਹਿਮਤ ਹੋਣਗੇ ਕਿ ਰਾਜਸੀ ਪਾਰਟੀਆਂ ਨੂੰ ਕੋਈ ਵੀ ਚੋਣ ਮਨੋਰਥ ਪੱਤਰ, ਇਹ ਭਾਵੇਂ ਕਾਨੂੰਨ ਬਣਾਓ, ਉਹ ਲਾਗੂ ਕਰਨਾ ਚਾਹੀਦਾ ਜਿਹੜੇ ਸੂਬੇ ਦੀ ਆਰਥ ਵਿਵਸਥਾ ਹੱਕ ਦਿੰਦੀ ਹੋਵੇ। ਹੁਣ ਜਿਹੜੀ ਪਿਛਲੀ ਕੈਸ਼ ਕ੍ਰੈਡਿਟ ਲਿਮਟ ਸੀ, ਜਿਹੜੀ 11 ਮਾਰਚ 2017 ਨੂੰ ਦੋਸ਼ ਲੱਗਦਾ ਅਕਾਲੀ ਦਲ ਦੀ ਸਰਕਾਰ ਤੇ ਕਿ ਇਹਨਾਂ ਨੇ ਉਹ ਲੋਨ ਦੇ ਵਿੱਚ, ਕਰਜ਼ ਦੇ ਵਿੱਚ ਕਨਵਰਟ ਕਰਾਤੀ। ਅਜੇ ਤੱਕ ਉਹਦਾ ਰੇੜਕਾ ਜਿਉਂ ਦੀ ਤਿਉਂ ਚੱਲੀ ਜਾਂਦਾ ਹੈਗਾ। ਇਹਨਾਂ ਦਾ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜਿਤਾਉਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਲੱਭੀ ਗਿਆ, ਜਿਹਨੂੰ ਇਹ ਪਤਾ ਸੀ ਕਿ ਪਟਿਆਲੇ ਤੋਂ 50,000 ਵੋਟ ਜਿੱਤਣਾ ਹੈ। ਦੂਜੇ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਚਲੋ ਢਿੱਲੋਂ ਸਾਹਿਬ ਹੁਣ ਇਦਾਂ ਦੇ ਸਵਾਲਾਂ ਦਾ ਕੋਈ ਜਵਾਬ ਤਾਂ ਹੁੰਦਾ ਨਹੀਂ। ਰਣਜੀਤ ਬਿੱਟੂ ਗਿਆ। ਇਹ ਹੈ, ਮੈਂ ਇਹਨਾਂ ਨੂੰ ਸ਼ੁਭ ਸ਼ਾਮਾਂ ਦਿੰਦਾ ਹੈਗਾ ਟੀਨੂ ਸਾਹਿਬ। ਜਰਨੈਲ ਸਿੰਘ ਨੂੰ ਵੀ, ਜਰਨੈਲ ਸਿੰਘ ਜਿਹੜਾ ਆਮ ਪਾਰਟੀ ਦਾ ਸੀ, ਉਹਨੂੰ ਵੀ ਅਸੀਂ ਲੈ ਕੇ ਗਏ ਸੀ ਲੰਬੀ। ਭਗਵੰਤ ਮਾਨ ਅਸੀਂ ਲੈ ਕੇ ਗਏ ਇਸ ਮੁੱਦੇ ਤੇ। ਸੋ ਇਹ ਤਾਂ ਲੰਬੀ ਬਹਿਸ ਦਾ ਮੁੱਦਾ ਹੈ। ਗਰੇਵਾਲ ਜੀ, ਜਿਸ ਮੁੱਦੇ ਤੇ ਟੀਨੂ ਜੀ ਇਹ ਕਹਿ ਰਿਹਾ ਹੈ ਕਿ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਲੰਬੀ ਸਾਂਝ ਰਹੀ ਹੈ, ਉਹ ਕਹਿੰਦੇ ਇਸ ਕਰਕੇ ਵੀ ਸੀ ਕਿ ਪੰਜਾਬ ਦੇ ਵਿੱਚ ਸਾਨੂੰ ਕੇਂਦਰ ਦੀ ਧਿਰ ਦੀ ਜ਼ਰੂਰਤ ਸੀ, ਪਰ ਜਦੋਂ ਪੰਜਾਬ ਦੇ ਨਾਲ ਬੇਵਫਾਈ ਕੀਤੀ ਭਾਜਪਾ ਨੇ ਤਾਂ ਉਸ ਵੇਲੇ ਅਸੀਂ ਭਾਜਪਾ ਦਾ ਪੱਲਾ ਛੱਡਤਾ ਤੇ ਵੱਖਰੇ ਤੌਰ ਤੇ ਸਟੈਂਡ ਲਿਆ। ਭਾਜਪਾ ਦੇ ਸਟੈਂਡ ਕਰਕੇ ਹੀ ਅਕਾਲੀ ਦਲ ਨੂੰ ਅਲੱਗ ਹੋਣਾ ਪਿਆ। ਟੀਨੂ ਜੀ ਰਹੇ ਹੈ। ਹਾਂਜੀ, ਇਸ ਤਰ੍ਹਾਂ ਜੀ, ਪਹਿਲਾਂ ਬੀਬਾ ਹਰਸਿਮਰਤ ਨੇ ਵੀ ਕੋਈ ਲਾਇਸੈਂਸ ਨੋਟ ਨਹੀਂ ਦਿੱਤਾ, ਕਾਨੂੰਨ ਦੇ ਹੱਕ 'ਚ ਸੀ, ਔਰ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਹੱਕ 'ਚ ਸੀ, ਔਰ ਇਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਵੀ, ਸਭ ਨੇ ਟੀਵੀ ਤੇ ਮੀਡੀਆ 'ਚ ਆ ਕੇ, ਤੁਹਾਨੂੰ ਯਾਦ ਆ, ਇਹਨਾਂ ਕਾਨੂੰਨਾਂ ਦੀ ਹਮਾਇਤ ਕੀਤੀ। ਬਾਅਦ 'ਚ ਇੱਕਦਮ ਪਿੱਛੇ ਹਟ ਗਏ। ਇਹਨਾਂ ਨੇ ਗਠਬੰਧਨ ਧਰਮ ਦਾ ਪਾਲਣ ਨਹੀਂ ਕੀਤਾ, ਅਸੀਂ ਤਾਂ ਗਠਬੰਧਨ ਧਰਮ ਦਾ ਵੀ ਪਾਲਣ ਕੀਤਾ। ਤੇ ਮੈਂ ਸਮਝਦਾ ਕਿ ਚਲੋ ਜੋ ਵੀ ਹਾਲਾਤ ਇਹਨਾਂ ਦੇ ਹੋਏ, ਅਸੀਂ ਉਸ ਨੂੰ ਵੀ ਸਵੀਕਾਰ ਕਰਦੇ ਹਾਂ। ਸਾਨੂੰ ਕੋਈ ਦਿੱਕਤ ਨਹੀਂ। ਬੀਜੇਪੀ ਤਾਂ ਆਪਣੇ ਪੈਰਾਂ ਤੇ ਲੜਾਈ ਲੜ ਸਕਦੀ ਆ। ਅਸੀਂ ਸੱਚ ਦੇ ਰਾਹ ਤੇ ਆ। ਕਿਸਾਨਾਂ ਲਈ ਅੱਛਾ ਕੰਮ ਕੀਤਾ, ਇਸ ਕਰਕੇ ਆਖਰ 'ਚ ਕਿਸਾਨਾਂ ਨੂੰ ਸੱਚਾਈ ਸਮਝ ਆ ਜਾਣੀ ਆ। ਉਹਨਾਂ ਨੇ ਸਾਡੇ ਨਾਲ ਖੜੇ ਹੋਣਾ। ਜਿਸ ਤਰ੍ਹਾਂ ਵੈਸਟ ਬੰਗਾਲ, ਮੱਧ ਪ੍ਰਦੇਸ਼, ਉੜੀਸਾ, ਸਭ ਜਗ੍ਹਾ ਸਾਡੇ ਨਾਲ ਸਾਡਾ ਸਾਥ ਦਿੰਦੇ ਆ, ਇੱਥੇ ਵੀ ਸਾਥ ਦੇਣਗੇ। ਠੀਕ ਹੈ ਜੀ। ਗਰੇਵਾਲ ਜੀ, ਇੱਕ ਸਵਾਲ ਜਿਹੜਾ ਤੁਸੀਂ ਸਾਡੀ ਡਿਬੇਟ ਤੇ ਜਦੋਂ ਆਉਂਦੇ ਹੋ ਹਮੇਸ਼ਾ ਹੀ ਕਹਿੰਦੇ ਹੋ ਕਿ ਕਿਸਾਨ ਸਾਡਾ ਸਾਥ ਦੇਣਗੇ, ਪਰ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਕਿਸਾਨਾਂ ਦੀ ਖਾਤਾ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਹੈ, ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਫਸਲਾਂ ਦੀ ਅਦਾਇਗੀ ਦੀ, ਇੱਦਾਂ ਹੈ ਤੇ ਚਲੋ ਇੱਕ ਮੁੱਦਾ ਹੈ। ਤਿੰਨੇ ਖੇਤੀ ਕਾਨੂੰਨਾਂ ਦੀ ਗੱਲ ਕਰ ਲਈਏ, ਦੂਜੇ ਮੁੱਦੇ ਹੈ
ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੇ ਲਈ ਵੀ 2 ਕਦਮ ਅੱਗੇ ਆਏਗੀ ਤਾਂ ਹੀ ਕਿਸਾਨ ਹਮਾਇਤ 'ਚ ਆਉਣਗੇ ਨਾ ਜੀ। ਬਿਲਕੁਲ ਅੱਗੇ ਆਏਗੀ, ਕਿਉਂ ਨਹੀਂ ਆਏਗੀ। ਅਸੀਂ ਤਾਂ ਸਾਰੀਆਂ ਗੱਲਾਂ ਮੰਨੀ ਜਾਂਦੇ ਹਾਂ, ਹੁਣ ਵੀ ਮੰਨੀ ਜਾਂਦੇ ਹਾਂ। ਕਿਸਾਨ ਲੀਡਰ ਗੁੰਮਰਾਹ ਕਰ ਰਹੇ ਆ। ਅਸੀਂ ਤਾਂ ਜਗਤਾਰ ਜੀ ਕਹਿੰਦੇ ਹਾਂ ਕਿ ਤੁਸੀਂ ਬੈਠ ਜਾਓ ਵਿੱਚ, ਇਹਨਾਂ ਨੂੰ ਬਿਠਾ ਲਓ ਸਾਹਮਣੇ, ਪੁੱਛ ਲਓ ਕਿਸਾਨ ਲੀਡਰਾਂ ਨੂੰ। ਇਹ ਜਾਣ ਬੁੱਝ ਕੇ ਅਸਲੀ, ਮੈਂ ਤਾਂ ਹੁਣ ਇਹਨਾਂ ਨੂੰ ਅੰਦੋਲਨ ਵੀ ਕਹਿਣ ਲੱਗ ਗਿਆ। ਇਹ ਅੰਦੋਲਨ ਵੀ ਇਹਨਾਂ ਦਾ ਰਾਹ ਨਿਕਲਦਾ ਤੇ ਇਹ ਆਪਣਾ ਸੰਗਠਨ ਮਜ਼ਬੂਤ ਕਰ ਰਹੇ ਨਾ ਕਿ ਕਿਸਾਨ ਦਾ ਹਿੱਤ ਸਾਧ ਰਹੇ ਆ। ਇਹ ਆਪਣੀ ਮਨਸ਼ਾ ਪੂਰੀ ਕਰ ਰਹੇ, ਆਪਣੀ ਸਿਆਸਤ ਕਰ ਰਹੇ ਆ, ਕਿਸਾਨ ਦਾ ਹਿੱਤ ਨਹੀਂ ਕਰ ਰਹੇ। ਗਰੇਵਾਲ ਸਾਹਿਬ, ਕਿਸਾਨ ਦੇ ਹਿੱਤ ਦੀ ਗੱਲ ਤੁਸੀਂ ਲੀਡਰਾਂ ਬਾਰੇ ਗੱਲ ਕਹਿ ਰਹੇ ਹੋ, ਪਰ ਪੰਜਾਬ ਦਾ ਕਿਸਾਨ, ਹਰਿਆਣੇ ਦਾ ਕਿਸਾਨ, ਦੂਜੇ ਸੂਬਿਆਂ ਦੇ ਕਿਸਾਨ, ਇੰਨੇ ਕਿਸਾਨ ਨੇਤਾ ਤਾਂ ਵੱਡੇ ਲੀਡਰ ਨਹੀਂ ਹੋ ਸਕਦੇ ਕਿ ਸਾਰੇ ਉੱਠ ਕੇ ਉਹਨਾਂ ਦੀ ਹਮਾਇਤ 'ਚ ਤੁਰ ਪੈਣ। ਆਪਾਂ ਵੀ ਪੰਜਾਬ ਦੇ ਰਹਿਣ ਵਾਲੇ ਹਾਂ, ਕਿਤੇ ਨਾ ਕਿਤੇ ਲੋਕਾਂ ਦੇ, ਕਿਸਾਨਾਂ ਦੇ ਮਨਾਂ 'ਚ ਇਹ ਗੱਲ ਤਾਂ ਹਾਈ ਹੈ ਕਿ ਤਿੰਨੇ ਖੇਤੀ ਕਾਨੂੰਨ ਜਿਹੜਾ ਹੈਗਾ ਸਾਡੇ ਹਿੱਤ ਦੇ ਕਿਸਾਨਾਂ ਦੇ ਖਿਲਾਫ ਹੈਗੇ ਆ। ਉਹ ਗੱਲ ਉਹਨਾਂ ਦੇ ਸਮਝ ਤੋਂ ਬਾਹਰ ਹੈ ਕਿ ਫਾਇਦਾ ਕਿਵੇਂ ਇਹਨਾਂ ਨਾਲ। ਜਗਤਾਰ ਜੀ, ਅੱਜ ਵੀ ਮੈਂ ਦੱਸਦਾ ਕਿ ਪੰਜਾਬ ਦੇ ਵਿੱਚ ਅੱਧੇ ਪੰਜਾਬ 'ਚ ਅੰਦੋਲਨ ਹੈਗਾ ਮਾਲਵੇ 'ਚ, ਔਰ ਹਰਿਆਣੇ ਦੇ ਅੰਦਰ ਵੀ 2-3 ਜ਼ਿਲ੍ਹਿਆਂ 'ਚ, ਉੱਧਰ ਵੈਸਟਰਨ ਯੂਪੀ 'ਚ ਹੈਗਾ, ਪੂਰੀ ਉੱਤਰ ਪ੍ਰਦੇਸ਼ 'ਚ ਨਹੀਂ ਹੈ, ਔਰ ਰਾਜਸਥਾਨ ਦੇ ਕੁਝ ਹਿੱਸੇ 'ਚ ਹੈਗਾ, ਬਾਕੀ ਜਗ੍ਹਾ ਕਿਤੇ ਅੰਦੋਲਨ ਨਹੀਂ ਹੈ। ਦੇਸ਼ ਦੀ ਆਬਾਦੀ 139 ਕਰੋੜ ਹੈ, ਔਰ ਜੇ ਸਾਨੂੰ ਵੈਸਟ ਬੰਗਾਲ ਅਸੀਂ ਤਾਂ ਹੀ ਜਿੱਤਣਾ, ਅਸਾਮ ਅਸੀਂ ਤਾਂ ਹੀ ਜਿੱਤਣਾ ਜੇ ਕਿਸਾਨ ਵੋਟ ਕਰੇਗਾ। ਐਸੀ ਕੋਈ ਗੱਲ ਨਹੀਂ ਹੈ। ਇਹ ਤਾਂ ਇਹਨਾਂ ਲੋਕਾਂ ਨੇ ਲੱਗ ਕੇ, ਕੁਝ ਚੰਦ ਲੋਕਾਂ ਨੇ ਗੁੰਮਰਾਹ ਕੀਤਾ। ਜਿੱਦਾਂ ਹੀ ਉਹਨਾਂ ਨੂੰ ਸਮਝ ਆਉਣੀ ਆ, ਉਸ ਤਰ੍ਹਾਂ ਹੀ ਉਹਨਾਂ ਨੇ ਫਿਰ ਦਰੁਸਤ ਹੋ ਜਾਣਾ ਔਰ ਇਹਨਾਂ ਦਾ ਸਾਥ ਛੱਡਣਗੇ। ਥੈਂਕ ਯੂ ਵੈਰੀ ਮਚ। ਇਸ ਮੁੱਦੇ ਤੇ ਆਉਣ ਲਈ ਮੈਂ ਪਵਨ ਕੁਮਾਰ ਟੀਨੂ ਜੀ, ਜਿਹੜੇ ਵਿਧਾਇਕ ਨੇ, ਅਕਾਲੀ ਦਲ ਦੇ ਸੀਨੀਅਰ ਨੇਤਾ, ਸਾਡੇ ਸੀਨੀਅਰ ਜਰਨਲਿਸਟ ਜਸਪਾਲ ਸਿੰਘ ਢਿੱਲੋਂ, ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਅਜੀਤ ਸਿੰਘ ਗਰੇਵਾਲ, ਤਿੰਨਾਂ ਦਾ ਧੰਨਵਾਦੀ ਤਾਂ ਹਾਂ ਹੀ, ਪਰ ਇਸ ਬਹਿਸ ਦੇ ਵਿੱਚ ਜਿਹੜਾ ਇੱਕ ਵੱਡਾ ਮੁੱਦਾ ਉੱਭਰ ਕੇ ਸਾਹਮਣੇ ਆਇਆ, ਕੇਂਦਰ ਦੀਆਂ ਨੀਤੀਆਂ ਆਖਰ ਪੰਜਾਬ ਨੂੰ ਕਿੱਧਰ ਲੈ ਕੇ ਜਾ ਰਹੀਆਂ। ਪੰਜਾਬ ਦੀ ਜਿਹੜੀ ਭਾਜਪਾ ਹੈ, ਜਿੱਦਾਂ ਉਹਨਾਂ ਦੇ ਵਿਰੋਧੀਆਂ ਨੇ ਕਹਿਣਾ, ਉਹ ਤਾਂ ਦਰਕਿਨਾਰ ਹੋਈ ਹੈ, ਪਰ ਦੇਸ਼ ਦੇ ਹਿੱਸੇ ਤੋਂ ਪੰਜਾਬ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਸਵਾਲਾਂ ਦਾ ਸਭ ਤੋਂ ਵੱਡਾ ਸਵਾਲ ਤਾਂ ਇਹ ਵੀ ਹੈ ਕਿ ਜਿਸ ਦਿਨ ਦੇਸ਼ ਦੇ ਹਾਕਮਾਂ ਨੂੰ ਆਪਣੇ ਦੇਸ਼ ਦੇ ਲੋਕਾਂ ਦੀ ਸਮਝ ਤੇ ਭਰੋਸਾ ਹੋ ਜਾਏਗਾ, ਉਸੇ ਦਿਨ ਹੀ ਇਸ ਦੇਸ਼ ਦੇ ਅੰਦਰ ਇੱਕ ਬਹੁਤ ਵੱਡੀ ਤਬਦੀਲੀ ਆਏਗੀ। ਇਹਨਾਂ ਮੁੱਦਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਮੈਂ ਮੁੜ ਕੇ ਆਪਣੇ ਤਿੰਨਾਂ ਮਹਿਮਾਨਾਂ ਦਾ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।